इस्तेमाल करते आ। असीं जट घड़म चौधरियां नूं कहने आ। जट दा मतलब है जमीनी टट्टू। मते पाए गए कि जे मजदूर घरों रोटी लैके आऊगा तो 300 रुपया दिहाड़ी, ते जे जट कोल रोटी खाऊगा तो अक्सर घड़म चौधरी की करते हैं, गरीबां नूं उन्हां दा हक नहीं लैण दिंदे। ये दिखते जरूर सिक्खां वर्गे हो सकते आ, पर वो सिख नहीं हो सकते। 100 रुपए किलो वाली कणक तक लीडर खा जाते हैं। ਪਬਲਿਕ ਵੌਇਸ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਖਾਸ ਮੁਲਾਕਾਤ ਵਿੱਚ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਕਿਸੇ ਕਵੀ ਨੇ ਬਹੁਤ ਵਧੀਆ ਲਿਖਿਆ ਕਿ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀਂ ਸੂਰਜਾ ਕਮੀਆਂ ਦੇ ਵਿਹੜੇ। ਕੀ ਕਮੀਆਂ ਦੇ ਵਿਹੜੇ ਨੇ ਜਿਹੜੇ ਉਹ ਮਗ ਰਹੇ ਨੇ? ਕੀ ਕਮੀਆਂ ਦੇ ਵਿਹੜੇ ਦੇ ਵਿੱਚ ਖੁਸ਼ੀਆਂ ਨੇ? ਇੱਕ ਮਜ਼ਦੂਰ ਜਿਹੜਾ ਕਿ ਤਾਜ ਮਹਿਲ ਬਣਾਉਣ ਤੋਂ ਲੈ ਕੇ ਪੂਰੀ ਦੁਨੀਆ ਦੇ ਨਿਰਮਾਣ ਵਿੱਚ ਰੁੱਝਿਆ, ਉਹਦਾ ਜਿਹੜਾ ਪਸੀਨਾ ਹੈ, ਉਹਦੀ ਪਸੀਨੇ ਦੀ ਜਿਹੜੀ ਬੂੰਦ ਆ, ਉਹ ਧਰਤੀ ਦੇ ਹਰ ਕੋਨੇ ਤੇ ਗਿਰੀ ਹੈ। ਹਜ਼ਾਰਾਂ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿ ਉਹ ਮਜ਼ਦੂਰ ਅੱਜ ਸੂਰਜ ਦਾ ਉਹ ਚਾਨਣ ਮਾਰ ਰਿਹਾ ਹੈ। ਕਮੀਆਂ ਦੀ ਗੱਲ ਕੌਣ ਕਰ ਰਿਹਾ? ਜੋ ਦਲਿਤ ਲੀਡਰ ਬਣੇ ਹਨ, ਕੀ ਉਹ ਕਮੀਆਂ ਦੇ ਮੁੱਦਿਆਂ ਨੂੰ ਚੱਕਦਾ ਹੈ? ਕੀ ਉਹ ਕਮੀਆਂ ਦੀ ਗੱਲ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਦਾ ਕਰਦਾ ਹੈ? ਇਸ ਤਰ੍ਹਾਂ ਹੀ ਕਮੀਆਂ ਦੀ ਗੱਲ ਕਰਨ ਵਾਲੇ ਇੱਕ ਸ਼ਖਸੀਅਤ ਨਾਲ, ਜਿਸ ਨਾਲ ਤੁਹਾਡੀ ਅਸੀਂ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਕਮੀਆਂ ਦੀ ਗੱਲ ਕਰਦੇ ਹਨ। ਕਈ ਵਾਰ ਉਹਨਾਂ ਦੀਆਂ ਜਿਹੜੀਆਂ ਕਹੀਆਂ ਗੱਲਾਂ ਨੇ ਉਹ ਵਾਦ ਵਿਵਾਦ ਦਾ ਵਿਸ਼ਾ ਬਣ ਜਾਂਦੀਆਂ ਨੇ, ਤੇ ਅਸੀਂ ਉਹਨਾਂ ਦੇ ਨਾਲ ਅੱਜ ਕਮੀਆਂ ਦੇ ਵਿਸ਼ੇ ਤੇ, ਅੱਜ ਮਜ਼ਦੂਰਾਂ ਦੇ ਵਿਸ਼ੇ ਤੇ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਹਰਪ੍ਰੀਤ ਵੀਰ ਜੀ, ਤੁਸੀਂ ਚੱਲ ਕੇ ਇੱਥੇ ਮੇਰੇ ਕੋਲ ਆਏ ਹੋ। ਮੈਂ ਤੁਹਾਡਾ ਸਵਾਗਤ ਵੀ ਕਰਦਾ ਹਾਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਹਾਂ। ਹਾਂਜੀ, ਗੱਲਾਂ ਬਾਤਾਂ ਦਾ ਜੋ ਸਿਲਸਿਲਾ ਸ਼ੁਰੂ ਕਰੀਏ, ਇੱਕ ਜਿਹੜਾ ਸ਼ਬਦ ਆ ਦਲਿਤ ਸ਼ਬਦ ਆ, ਜਿਹੜਾ ਆਖਰ ਬਹੁਤ ਜ਼ਿਆਦਾ ਹੈ ਪ੍ਰਚਲਿਤ ਹੈ, ਦੀ ਵਰਤੋਂ ਵੀ ਹੋ ਰਹੀ ਹੈ। ਹਾਲਾਂਕਿ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਈਡਲਾਈਨ ਉਹਨਾਂ ਨੇ ਕਿਹਾ ਵੀ ਦਲਿਤ ਜਿਹੜਾ ਸ਼ਬਦ ਆ ਇਹ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ, ਦਲਿਤ ਸ਼ਬਦ ਨਹੀਂ ਵਰਤਣਾ ਚਾਹੀਦਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੋ ਦਲਿਤ ਸ਼ਬਦ ਹੈ ਇਹਦਾ ਕੀ ਅਰਥ ਹੈ? ਹਾਂਜੀ, ਸਭ ਤੋਂ ਪਹਿਲਾਂ ਤੇ ਪਬਲਿਕ ਵੌਇਸ ਚੈਨਲ ਦੇਖ ਰਹੇ ਦੇਸ਼ਾਂ ਵਿਦੇਸ਼ਾਂ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਹਰਪ੍ਰੀਤ ਜੀ, ਤੁਸੀਂ ਸਵਾਲ ਬਹੁਤ ਹੀ ਉਮਦਾ ਤੇ ਬਿਹਤਰੀਨ ਸਵਾਲ ਕੀਤਾ ਆ ਤੇ ਮੈਂ ਇਹਦਾ ਜਵਾਬ ਦਰਸ਼ਕਾਂ ਨੂੰ ਦੇਣਾ ਚਾਹੁੰਦਾ ਆ। ਦਰਅਸਲ ਭਾਰਤ ਦੇ ਵਿੱਚ 4 ਵਰਨ ਨੇ ਵਿਪਰਵਾਦੀ ਸੋਚ ਨੇ ਬਣਾ ਕੇ ਇਨਸਾਨਾਂ ਨੂੰ ਵੰਡ ਦਿੱਤਾ। ਜੋ ਵਿਪਰਵਾਦੀ ਸੋਚ ਹੈ ਉਸਨੇ 4 ਵਰਨਾਂ 'ਚ ਲੋਕਾਂ ਨੂੰ ਵੰਡਿਆ। ਪਹਿਲਾ ਵਰਨ 3.5% ਬ੍ਰਾਹਮਣ, 6% ਛਤਰੀ, 5.5% ਵੈਸ਼, ਤੇ ਚੌਥਾ ਵਰਨ ਸ਼ੂਦਰਾਂ ਦਾ 6743 ਜਾਤਾਂ 'ਚ ਉਹਨਾਂ ਨੂੰ ਵੰਡ ਕੇ ਰੱਖ ਦਿੱਤਾ। ਹਾਂਜੀ, ਦਰਅਸਲ ਜੋ ਭਾਰਤ ਦੀਆਂ ਮਾਰਸ਼ਲ ਕੌਮਾਂ ਨੇ, ਲੜਾਕੂ ਕੌਮਾਂ ਨੇ, ਨਾਗਵੰਸ਼ੀ, ਦ੍ਰਵੜ, ਭੀਲ, ਇਹ ਮਾਰਸ਼ਲ ਕੌਮਾਂ ਨੇ, ਇਹਨਾਂ ਨੇ ਕਦੀ ਜ਼ਿੰਦਗੀ 'ਚ ਗੁਲਾਮੀ ਐਕਸੈਪਟ ਨਹੀਂ ਕੀਤੀ। ਹਾਂਜੀ, ਜੋ ਵਿਪਰ ਹੈ ਉਸ ਵਿਪਰ ਨੇ ਇਹਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਂਜੀ, ਲੇਕਿਨ ਉਹ ਇਹਨਾਂ ਤੋਂ ਡਰਦਾ ਹੈ। ਹਾਂਜੀ, ਕਿਉਂਕਿ ਜੋ 52% OBC ਹੈ, ਹਾਂਜੀ, ਉਹ ਵਿਪਰ ਦੀ ਗੁਲਾਮੀ ਨੂੰ ਸਵੀਕਾਰ ਕਰਦੇ ਆ, ਕਿਉਂਕਿ ਵਿਪਰ ਨੇ ਜਾਤਾਂ ਬਣਾਈਆਂ ਹਾਂਜੀ, ਤੇ ਜਿਹੜਾ ਜਾਤ ਨੂੰ ਜੱਫਾ ਮਾਰ ਕੇ ਪਿਆਰ ਕਰਨ ਲੱਗ ਪੈਂਦਾ, ਹਾਂਜੀ, ਉਹ ਸਮਝ ਲਓ ਵੀ ਗੁਲਾਮੀ ਨੂੰ ਸਵੀਕਾਰ ਕਰ ਲੈਂਦਾ ਆ। ਹਾਂਜੀ, ਜੋ ਮਾਰਸ਼ਲ ਕੌਮਾਂ ਨੇ ਉਹਨਾਂ ਨੇ ਕਦੀ ਵੀ ਜਾਤ ਐਕਸੈਪਟ ਨਹੀਂ ਕੀਤੀ। ਤੁਹਾਨੂੰ ਵੀ ਪਤਾ ਆ, ਦਰਸ਼ਕ ਵੀ ਜਾਣਦੇ ਆ ਕਿ ਜੇ ਕਿਸੇ ਨੂੰ ਜਾਤੀ ਸੂਚਕ ਸ਼ਬਦ ਬੋਲ ਦਿੱਤਾ ਜਾਂਦਾ ਆ, ਐਸੀ ਕਮਿਊਨਿਟੀ ਦੇ ਵਿੱਚ ਹਾਂਜੀ, ਪਰਚਾ ਦਰਜ ਹੁੰਦਾ ਆ ਹਾਂਜੀ, ਤੇ ਇੱਥੋਂ ਤੱਕ ਕਿ ਵਿਵਾਦ ਵੀ ਹੁੰਦਾ ਆ, ਲੜਾਈ ਝਗੜੇ ਵੀ ਹੁੰਦੇ ਆ, ਹਾਂਜੀ, ਕਿਉਂਕਿ ਉਹਨਾਂ ਨੇ ਗੁਲਾਮੀ ਸਵੀਕਾਰ ਨਹੀਂ ਕੀਤੀ। ਜੋ ਜਾਤ ਹੈ ਉਹ ਗੁਲਾਮੀ ਹੈ। ਬਿਲਕੁਲ। ਇਹ ਮਾਰਸ਼ਲ ਜੋ ਕੌਮਾਂ ਨੇ, ਇਹਨਾਂ ਤੋਂ ਵਿਪਰਵਾਦੀ ਸੋਚ ਡਰਦੀ ਹੈ। ਹਾਂਜੀ, ਉਹਨਾਂ ਨੂੰ ਪਤਾ ਆ ਵੀ ਅਸੀਂ ਇਹਨਾਂ ਨੂੰ ਗੁਲਾਮੀ ਸਵੀਕਾਰ ਕਰਾਉਣੀ ਆ, ਹਾਂਜੀ, ਇਹ ਸਾਨੂੰ ਹੱਥ ਚੁੱਕ ਸਕਦੇ ਆ।
ਲੇਕਿਨ ਵਿਪਰਵਾਦੀ ਸੋਚ ਨੇ ਉਸ ਡਰ ਨੂੰ ਭਿੱਟ ਦੇ ਵਿੱਚ ਬਦਲ ਦਿੱਤਾ। ਹਾਂਜੀ। ਉਹਨੇ ਸਭ ਤੋਂ ਪਹਿਲਾਂ ਸ਼ਬਦ ਮਾਰਸ਼ਲ ਕੋਮਾ ਵਾਸਤੇ ਇਸਤੇਮਾਲ ਕੀਤਾ ਅਨਟੱਚੇਬਲ, ਅਛੂਤ। ਅਛੂਤ, ਹਾਂਜੀ। ਅਛੂਤ ਸ਼ਬਦ ਇਸਤੇਮਾਲ ਕੀਤਾ ਕਿਉਂਕਿ ਉਹ ਡਰਦਾ ਹੈ। ਹਾਂਜੀ। ਪਰ ਉਹਨੇ ਹੁਣ ਕੀ ਕੀਤਾ ਵੀ ਆਪਣੀ ਤੜ ਵੀ ਨਹੀਂ ਛੱਡਣੀ ਹਾਂਜੀ। ਤੇ ਇਹਨਾਂ ਤੋਂ ਦੂਰ ਵੀ ਰਹਿਣਾ। ਉਹਨੇ ਕਹਿਤਾ ਇਹ ਅਨਟੱਚੇਬਲ ਹੈ, ਮੈਂ ਇਹਨਾਂ ਨੂੰ ਛੂ ਨਹੀਂ ਸਕਦਾ। ਹਾਂਜੀ। ਮੈਂ ਦਰਸ਼ਕਾਂ ਨੂੰ ਪੁੱਛਣਾ ਚਾਹੁੰਦਾ ਆ, 35 ਮਹਾਂਪੁਰਸ਼ਾਂ ਦੀ ਬਾਣੀ ਜਿਹਦੇ ਵਿੱਚ ਸਾਡੇ ਬਾਬਾ ਨਾਨਕ ਜੀ ਕਹਿੰਦੇ ਨੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੇ, ਹਾਂਜੀ, ਪਹਿਚਾਨਵੋ। ਹਾਂਜੀ। ਬਾਬਾ ਨਾਨਕ ਜੀ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਹਾਂਜੀ। ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕੀ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਹਾਂਜੀ। ਹਰਪ੍ਰੀਤ ਜੀ, ਮੈਂ ਦਰਸ਼ਕਾਂ ਨੂੰ ਇੱਥੇ ਇਹਦੀ ਵਿਆਖਿਆ ਕਰਕੇ ਦੱਸਣਾ ਚਾਹੁੰਦਾ ਆ। ਹਾਂਜੀ। ਹਾਂਜੀ। ਬਾਬਾ ਨਾਨਕ ਜੀ ਨੇ ਨੀਚਾ ਕਿਹਨਾਂ ਨੂੰ ਕਿਹਾ? ਜਿਨ੍ਹਾਂ ਨੇ ਇਸ ਦੇਸ਼ 'ਚ ਜਾਤੀ ਵਰਨ ਵਿਵਸਥਾ ਬਣਾ ਕੇ ਇਨਸਾਨਾਂ ਨੂੰ ਵੰਡ ਦਿੱਤਾ। ਹਾਂਜੀ। ਉਹਨਾਂ ਨੇ ਨੀਚ ਵਰਨ ਵਿਵਸਥਾ ਬਣਾਉਣ ਵਾਲਿਆਂ ਨੂੰ ਕਿਹਾ। ਹਾਂਜੀ। ਫਿਰ ਨੀਚਾ ਅੰਦਰ ਨੀਚ, ਜਿਨ੍ਹਾਂ ਨੇ ਜਾਤੀ ਵਰਨ ਵਿਵਸਥਾ ਨੂੰ ਜੱਫਾ ਮਾਰ ਲਿਆ। ਹਾਂਜੀ। ਏਦਾਂ ਪਿਆਰ ਕੀਤਾ ਜਿਵੇਂ ਇੱਕ ਬਾਂਦਰੀ ਆਪਣੇ ਬੱਚੇ ਨੂੰ ਪਿਆਰ ਕਰਦੀ ਆ, ਤੇ ਉਸ ਤਰ੍ਹਾਂ ਜਾਤ ਨੂੰ ਮੰਨਣ ਵਾਲਿਆਂ ਨੇ ਇੰਨਾ ਪਿਆਰ ਕਰ ਲਿਆ, ਬਾਂਦਰੀ ਆਪਣੇ ਬੱਚੇ ਦੇ ਮਰਨ ਤੋਂ ਬਾਅਦ ਉਹਦੇ ਕੰਕਾਲ ਨੂੰ ਵੀ ਗਲ ਨਾਲ ਲਾਈ ਫਿਰਦੀ ਆ। ਹਾਂਜੀ। ਬਾਬਾ ਨਾਨਕ ਜੀ ਕਹਿੰਦੇ ਕਿ ਜਿਨ੍ਹਾਂ ਨੇ ਜਾਤੀ ਵਰਨ ਵਿਵਸਥਾ ਐਕਸੈਪਟ ਕਰ ਲਈ, ਉਹ ਨੀਚਾਂ ਦੇ ਅੰਦਰ ਨੀਚ ਨੇ। ਠੀਕ ਹੈ ਜੀ। ਫਿਰ ਇਹਨਾਂ ਦੋਨਾਂ ਨੇ ਰਲ ਗਏ, ਇਹਨਾਂ ਦੋਨਾਂ ਨੇ ਰਲ ਕੇ ਤੀਸਰੇ ਨੂੰ ਅਨਟੱਚੇਬਲ ਨੂੰ, ਤੀਜੀ ਧਿਰ ਨੂੰ ਅੱਤ ਦਰਜੇ ਦੇ ਨੀਚ ਕਿਹਾ। ਜਦਕਿ ਬਾਬਾ ਨਾਨਕ ਜੀ ਕਹਿੰਦੇ ਮੈਂ ਉਹਨਾਂ ਨੂੰ ਅੱਤ ਦਰਜੇ ਦੇ ਨੀਚ ਮੰਨਦਾ ਨਹੀਂ, ਉਹ ਮਾਰਸ਼ਲ ਕੌਮ ਆ। ਹਾਂਜੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਹਾਂਜੀ। ਇਹਨਾਂ ਦੋਨਾਂ ਜਣਿਆਂ ਨੇ ਰਲ ਕੇ ਜਿਨ੍ਹਾਂ ਦੇ ਨਾਲ, ਜਿਨ੍ਹਾਂ ਨੂੰ ਐਜੂਕੇਸ਼ਨ ਤੋਂ ਦੂਰ ਕੀਤਾ, ਉਹਨਾਂ ਦੇ ਫੰਡਾਮੈਂਟਲ ਰਾਈਟਸ ਜਿਹੜੇ ਨੇ, ਜੋ ਸੰਵਿਧਾਨਕ ਹੱਕ ਨੇ, ਉਹਨਾਂ ਤੋਂ ਦੂਰ ਕੀਤਾ। ਉਹ ਕਿਹੜੇ ਨੇ? ਐਜੂਕੇਸ਼ਨ ਤੇ ਰੋਟੀ ਕਪੜਾ ਔਰ ਮਕਾਨ। ਹਾਂਜੀ। ਉਹਨਾਂ ਨੂੰ ਰੋਟੀ ਕੱਪੜੇ ਮਕਾਨ ਤੋਂ ਹੀ ਨਹੀਂ ਫੁਰਸਤ ਮਿਲਦੀ। ਐਜੂਕੇਸ਼ਨ ਤੋਂ ਦੂਰ ਕਰ ਦਿੱਤਾ, ਰੋਜ਼ਗਾਰ ਤੋਂ ਦੂਰ ਕਰ ਦਿੱਤਾ, ਹਾਂਜੀ। ਉਹਨਾਂ ਦੇ ਸੰਵਿਧਾਨਕ ਹੱਕਾਂ ਤੋਂ ਦੂਰ ਕਰ ਦਿੱਤਾ। ਬਾਬਾ ਨਾਨਕ ਜੀ ਕਹਿੰਦੇ ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕੀ ਰੀਸ, ਮੈਂ ਉਹਨਾਂ ਲੋਕਾਂ ਨਾਲ ਹਾਂ ਜਿਨ੍ਹਾਂ ਨੂੰ ਅੱਤ ਦਰਜੇ ਦੇ ਨੀਚ ਕਿਹਾ ਜਾਂਦਾ, ਪਰ ਉਹ ਨੀਚ ਹੈ ਨਹੀਂ, ਉਹ ਮਾਰਸ਼ਲ ਕੌਮਾਂ ਨੇ। ਹਾਂਜੀ। ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਹਾਂਜੀ। ਸੋ ਹਰਪ੍ਰੀਤ ਜੀ, ਮੈਂ ਪਬਲਿਕ ਵਾਇਸ ਦੇਖ ਰਹੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ, ਜੇ ਅਸੀਂ ਗੁਰਬਾਣੀ 'ਚ ਵਿਸ਼ਵਾਸ ਰੱਖਦੇ ਹਾਂ ਤੇ ਕੋਈ ਨੀਚ ਨਹੀਂ ਹੈ, ਹਾਂਜੀ, ਕੋਈ ਅਛੂਤ ਨਹੀਂ ਹੈ, ਹਾਂਜੀ, ਸਭ ਬਰਾਬਰ ਨੇ। ਸੋ ਇਹ ਜਿਹੜਾ ਸ਼ਬਦ ਹੈ ਅਨਟੱਚੇਬਲ ਤੋਂ ਬਾਅਦ ਫਿਰ ਇਸ ਨੂੰ ਹਰਿਜਨ ਸ਼ਬਦ ਵਰਤਣਾ ਸ਼ੁਰੂ ਕਰਤਾ। ਹਾਂਜੀ। ਹਰਿਜਨ ਸ਼ਬਦ ਗੁਰਬਾਣੀ ਦੇ ਅਨੁਸਾਰ ਹਰ ਕਹਿੰਦੇ ਆ ਅਕਾਲ ਪੁਰਖ ਨੂੰ। ਹਾਂਜੀ। ਹਰਿਜਨ ਮਤਲਬ ਅਕਾਲ ਪੁਰਖ ਦੇ ਬੱਚੇ। ਹਾਂਜੀ। ਤੇ ਫਿਰ ਜੇ ਅਛੂਤਾਂ ਨੂੰ ਹਰਿਜਨ ਕਿਹਾ ਗਿਆ ਤਾਂ ਕਿਆ ਜਿਹੜਾ ਜਾਤੀ ਵਰਨ ਵਿਵਸਥਾ ਬਣਾਉਣ ਵਾਲਾ ਸੋ ਕਾਲਡ ਅਖੌਤੀ ਉੱਚੀਆਂ ਜਾਤਾਂ ਵਾਲੇ ਨੇ, ਉਹ ਹਰਿਜਨ ਨਹੀਂ ਆ? ਹਾਂਜੀ। ਉਹ ਪ੍ਰਮਾਤਮਾ ਦੇ ਬੱਚੇ ਨਹੀਂ ਆ? ਹਾਂਜੀ। ਡਾਕਟਰ ਸਾਹਿਬ, ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਇੱਕ ਮਾੜਾ ਜਿਹਾ ਇੱਕ ਸਵਾਲ ਪੁੱਛਣਾ ਚਾਹੂੰਗਾ। ਆਪਾਂ ਦਲਿਤ ਤੋਂ ਇਹ ਜਿਹੜੀ ਸੀ ਗੱਲ ਸ਼ੁਰੂ ਕਰੀ ਸੀ, ਤੁਸੀਂ ਬਾਣੀ ਦਾ ਬਹੁਤ ਵਧੀਆ ਜਿਹੜੀ ਹੈ ਨਾ ਉਹ ਜਿਹੜੀਆਂ ਸਾਨੂੰ ਸਤਰਾਂ ਦੇ ਕੇ ਤੁਸੀਂ ਵਿਆਖਿਆ ਕਰੀ। ਬਾਬਾ ਕਬੀਰ ਜੀ ਇੱਕ ਬਹੁਤ ਵੱਡਾ ਸੰਕਲਪ ਆ ਜਿਹੜਾ ਉਹ ਗਰੀਬਾਂ ਨੂੰ ਦੇ ਕੇ ਗਏ ਨੇ। ਉਹ ਕਹਿੰਦੇ ਨੇ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬਾਹਮਣ ਹਮ ਕਤ ਸੂਤ, ਹਮ ਕਤ ਲਹੂ ਤੁਮ ਕਤ ਦੂਧ। ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਜੋ ਸੀਗਾ ਉਹ ਦੇ ਕੇ ਗਏ। ਜਿਹੜੇ ਦਲਿਤ ਲੀਡਰ ਨੇ, ਦਲਿਤ ਲੋਕ ਨੇ, ਉਹਨਾਂ ਨੇ ਇਹ ਸੰਕਲਪ, ਅਗਰ ਬਾਣੀ ਸਾਰੇ ਸੰਕਲਪ ਦਿੰਦੀ ਹੈ, ਇਹ ਵੀ ਇੱਕ ਸੰਕਲਪ ਦਿੱਤਾ, ਉਹ ਇਸ ਸੰਕਲਪ ਦਾ ਪ੍ਰਚਾਰ ਕਿਉਂ ਨਾ ਕਰ ਸਕੇ? ਇਸ ਸੰਕਲਪ ਨੂੰ ਕਿਉਂ ਨਾ ਅੱਗੇ ਲਿਆ ਸਕੇ ਜੀ? ਇਹਦੇ ਪਿੱਛੇ ਕੀ ਕਾਰਨ ਸੀ ਜੀ? ਨਹੀਂ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ। ਹਾਂਜੀ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਹਾਂਜੀ, ਸਾਹਿਬ ਕਾਂਸ਼ੀ ਰਾਮ ਜੀ, ਹਾਂਜੀ, ਉਹਨਾਂ ਤੋਂ ਪਹਿਲਾਂ ਕਰ ਲਈਏ ਸਵਾਮੀ ਪੈਰੀਅਰ ਜੀ, ਹਾਂਜੀ, ਸਾਹੂ ਜੀ ਮਹਾਰਾਜ, ਹਾਂਜੀ, ਦੀਨਾ ਭਾਨਾ ਜੀ, ਹਾਂਜੀ, ਇਹ ਲੀਡਰ ਹੋਏ ਨੇ। ਹਾਂਜੀ। ਇਹਨਾਂ ਦੀ ਬਦੌਲਤ ਹੀ ਅੱਜ ਸੋ ਕਾਲਡ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਆ, ਉਹ ਦਲਿਤ ਨਹੀਂ, ਉਹ ਮਾਰਸ਼ਲ ਕੌਮਾਂ ਨੇ। ਉਹਨਾਂ ਨੂੰ ਐਜੂਕੇਸ਼ਨ ਤੋਂ ਤੇ ਉਹਨਾਂ ਦੇ ਫੰਡਾਮੈਂਟਲ ਅਧਿਕਾਰਾਂ ਤੋਂ ਦੂਰ ਕੀਤਾ ਗਿਆ ਆ। ਔਰ ਉਹਨਾਂ ਲਈ ਇਹਨਾਂ ਨੇ ਸੰਘਰਸ਼ ਕੀਤੇ ਆ ਤੇ ਸੰਘਰਸ਼ ਕਰਕੇ ਅੱਗੇ ਲਿਆਂਦੇ ਆ। ਡਾਕਟਰ ਸਾਹਿਬ, ਇਹ ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ, ਇਹ 80 ਦੇ ਦਹਾਕੇ ਤੋਂ ਪਹਿਲਾਂ ਦੇ ਹੋਏ ਨੇ, ਪਰ ਮੈਂ ਜੋ ਗੱਲ ਕਰ ਰਿਹਾ, ਮੈਂ 80 ਦੇ ਦਹਾਕੇ ਤੋਂ ਬਾਅਦ ਦੀ ਗੱਲ ਕਰ ਰਿਹਾ ਵੀ ਉਦੋਂ ਬਾਅਦ ਕੋਈ ਲੀਡਰ ਉਸ ਸੰਕਲਪ ਨੂੰ ਕਿਉਂ ਨਹੀਂ ਜੀ ਅੱਗੇ ਲੈ ਕੇ ਆ ਰਿਹਾ ਜੀ? ਦੇਖੋ, ਜਿਹੜਾ ਵਿਪਰਵਾਦੀ ਸੋਚ ਆ, ਹਾਂਜੀ, ਉਹ ਪੜ੍ਹੇ ਲਿਖਿਆਂ ਨੂੰ ਤੇ ਲੀਡਰ ਬਣਾਉਂਦੇ ਹੀ ਨਹੀਂ ਪਏ। ਅੱਛਾ ਜੀ। ਉਹ ਜਦੋਂ ਲੀਡਰ ਚੁਣਦੇ ਆ, ਸੋ ਕਾਲਡ ਰਵਾਇਤੀ ਪਾਰਟੀਆਂ, ਹਾਂਜੀ,
ਉਹ ਐਸੀਆਂ ਦਾ ਖਾਨਾ ਪੂਰਤੀ ਪੂਰੀ ਕਰਨ ਵਾਸਤੇ, ਉਹਨਾਂ ਦੀ ਬਹੁ ਗਿਣਤੀ ਵੋਟ ਹਾਸਲ ਕਰਨ ਵਾਸਤੇ ਹਾਂਜੀ ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵਰਗਾ, ਸਾਹਿਬ ਕਾਂਚੀ ਰਾਮ ਜੀ ਵਰਗਾ ਹਾਂਜੀ ਕੋਈ ਪੜ੍ਹਿਆ ਲਿਖਿਆ ਆਪਣੀ ਪਾਰਟੀ ਦੇ ਵਿੱਚ ਵਿਅਕਤੀ ਨੂੰ ਨਹੀਂ ਜਗ੍ਹਾ ਦਿੰਦੇ। ਹਾਂਜੀ ਉਹ ਜਗ੍ਹਾ ਦਿੰਦੇ ਆ ਅਨਐਜੂਕੇਟਡ ਹਾਂਜੀ ਲੋਕਾਂ ਨੂੰ, ਪਹਿਲ ਦਿੰਦੇ ਆ ਤਾਂ ਕਿ ਉਹ ਲੋਕ, ਯਾਨੀ ਉਹਨਾਂ ਦੀ ਜਿਹੜੀ ਲਗਾਮ ਆ ਉਹ ਉਹਨਾਂ ਦੇ ਹੱਥ ਦੇ ਵਿੱਚ ਰਵੇ। ਫਿਰ ਤੁਸੀਂ ਮੀਡੀਆ ਤੇ ਦੇਖੋ, ਜਾਣਬੁੱਝ ਕੇ ਮੈਂ ਨਾਂ ਨਹੀਂ ਲਵਾਂਗਾ ਉਹਨਾਂ ਦਾ, ਵੀ ਸਿਰਫ ਉਹ ਕੁਝ ਕੁ ਗਿਣੇ ਚੁਣਵੇਂ ਲੀਡਰਾਂ ਜਿਹੜੇ ਨੇਗੇ ਲੋਕ ਨੇਗੇ ਉਹਨਾਂ ਨੂੰ ਹੀ ਪ੍ਰਚਾਰਿਆ ਜਾਂਦਾ, ਉਹਨਾਂ ਨੂੰ ਆਈਕਨ ਲੀਡਰ ਤੌਰ ਤੇ ਪਹਿਲਾਂ ਹੀ ਪ੍ਰਚਾਰ ਦਿੰਦੇ ਨੇ ਤਾਂ ਕਿ ਫਿਊਚਰ ਦੇ ਵਿੱਚ ਉਹਨਾਂ ਨੂੰ ਲੀਡਰ ਦੇ ਰੂਪ ਦੇ ਵਿੱਚ ਦੇਖਿਆ ਜਾ ਸਕੇ ਤੇ ਉਹ ਬੰਦੇ ਉਹਨਾਂ ਨੂੰ ਬਾਅਦ ਦੇ ਵਿੱਚ ਜੇ ਉਹ ਵੋਟਾਂ 'ਚ ਵੀ ਜਾਂ ਕਿਤੇ ਹੋਰ ਖੜਾਉਂਦੇ ਨੇ ਉਹਨਾਂ ਨੂੰ ਕੋਈ ਸੰਘਰਸ਼ ਕਰਨ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੀ ਛਵੀ ਹੀ ਪਹਿਲਾਂ 8-10 ਸਾਲ ਦੇ ਵਿੱਚ ਉਹ, ਮੇਰੀ ਗੱਲ ਤੁਸੀਂ ਸਮਝ ਸਕਦੇ ਹੋ ਮੈਂ ਕਿਹਨਾਂ ਦੀ ਕਹਿ ਗੱਲ ਕਰ ਰਿਹਾ ਵੀ ਉਹਨਾਂ ਨੂੰ ਲੀਡਰ ਤੌਰ ਤੇ ਉਹਨਾਂ ਨੇ ਪਹਿਲਾਂ ਹੀ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਪੇਸ਼ ਕਰਤਾ। ਉਹ ਬਿਨਾਂ ਮਤਲਬ ਤੋਂ ਹਰ ਸਮੱਸਿਆਵਾਂ ਨੂੰ ਲੈ ਕੇ ਪੇਸ਼ ਹੋ ਜਾਂਦੇ ਨੇਗੇ। ਇਸੇ ਤਰ੍ਹਾਂ ਜਿਹੜੇ ਪੜ੍ਹੇ ਲਿਖੇ ਮੁੰਡੇ ਨੇਗੇ, ਬਹੁਤ ਪੜ੍ਹੇ ਲਿਖੇ ਨੇ, ਜੇ ਆਪਾਂ ਆਪਣੇ MLA ਸਾਹਿਬ ਦੀ ਗੱਲ ਕਰੀਏ ਜਿਹੜੇ ਆਪਣੇ, ਉਹ ਵੀ 30 ਤੋਂ ਗਿਣਤੀ ਜ਼ਿਆਦਾ ਉਹਨਾਂ ਦੀ ਹੈਗੀ ਆ, ਪਰ ਫਿਰ ਵੀ ਮੁੱਦੇ ਨੇ ਜਿਹੜੇ ਉਹ ਅਣਛੋਹੇ ਰਹਿ ਜਾਂਦੇ ਨੇ ਜੀ। ਕਿਉਂ ਜੀ? ਦੇਖੋ, ਇਹ ਦਰਅਸਲ ਜਿਹੜੇ ਅਣਛੂਏ ਤੁਸੀਂ ਕਹਿੰਦੇ ਹੋ ਵੀ ਰਹਿ ਜਾਂਦੇ ਆ, ਹਾਂਜੀ ਮੈਂ ਫਿਰ ਤੁਹਾਨੂੰ ਦੱਸਦਾ ਆ। ਹਾਂਜੀ ਜੇ ਤੇ ਲੀਡਰ ਹੋਊਗਾ ਸਾਹਿਬ ਕਾਂਚੀ ਰਾਮ ਜੀ ਵਰਗਾ, ਬਾਬਾ ਸਾਹਿਬ ਵਰਗਾ, ਹਾਂਜੀ ਉਹ ਤੇ ਉਹਨਾਂ ਮੁੱਦਿਆਂ ਨੂੰ ਤਰਜੀਹ ਦਊਗਾ ਜਿਹੜੇ ਗਰੀਬਾਂ ਦੇ, ਐਸੀਆਂ ਦੇ ਮੁੱਦੇ ਨੇ। ਬਿਲਕੁਲ ਜੀ। ਹਾਂਜੀ ਲੇਕਿਨ ਜਿਹੜੇ ਲੀਡਰ ਹਾਂਜੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦੀ ਹਾਂਜੀ ਹਿੱਸੇਦਾਰੀ ਮਿਲਣ ਦੇ ਬਾਅਦ ਲੀਡਰ ਬਣ ਕੇ ਹਾਂਜੀ ਅੱਗੇ ਆਉਂਦੇ ਆ, ਉਹ ਕੁਝ ਕੁ ਨੇ। ਹਾਂਜੀ ਜੇ ਉਹ ਨਹੀਂ ਬੋਲਦੇ, ਹਾਂਜੀ ਅਸੀਂ ਸਾਰਿਆਂ ਨੂੰ ਮਾੜੇ ਨਹੀਂ ਕਹਿ ਸਕਦੇ। ਬਿਲਕੁਲ ਜੀ। ਜੇ ਉਹ ਨਹੀਂ ਬੋਲਦੇ ਤੇ ਐਕਚੁਅਲੀ ਉਹ ਬੋਲਣਾ ਚਾਹੁੰਦੇ ਨੇ। ਹਾਂਜੀ ਪਰ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੀ ਸੋਚ ਵਿਪਰਵਾਦੀ ਸੋਚ ਆ। ਅੱਛਾ ਜੀ। ਉਹ ਲੀਡਰ ਹੀ ਉਹਨਾਂ ਨੂੰ ਹਾਂਜੀ ਆਪਣੇ ਪਾਰਟੀਆਂ ਦੇ ਵਿੱਚ ਰੱਖਦੇ ਆ ਜਿਹੜੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਆ। ਹਾਂਜੀ ਯਾਨੀ ਜਿਹੜਾ ਮੇਰੇ ਵਰਗਾ ਹਾਂਜੀ ਨਿਡਰ ਤੇ ਨਿਰਭੈ ਹੋ ਕੇ ਆਪਣੇ 35 ਮਹਾਪੁਰਸ਼ਾਂ ਦੀ ਸੋਚ ਤੇ ਪਹਿਰਾ ਦਿੰਦਾ ਹੋਇਆ ਹਾਂਜੀ ਜਿਹੜਾ ਉਹ ਵਿਅਕਤੀ ਹੈ ਉਹ ਕੰਮ ਕਰਦਾ ਆ, ਉਹਨੂੰ ਨਹੀਂ। ਹਾਂਜੀ ਮੈਂ ਹੁਣੇ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਆ ਜਿਹੜੇ ਹੁਣ ਜਿਹਦੇ ਚ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ, ਹਾਂਜੀ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਮੇਰੇ ਕੋਲ 2 ਰਵਾਇਤੀ ਪਾਰਟੀਆਂ ਨਾਮੀ ਗ੍ਰਾਮੀ ਪੰਜਾਬ ਦੀਆਂ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ, ਹਾਂਜੀ ਉਹ ਮੇਰੇ ਘਰ ਦੇ ਵਿੱਚ ਆਉਂਦੇ ਆ। ਹਾਂਜੀ ਮੈਨੂੰ ਕਹਿੰਦੇ ਆ ਜੀ ਸਾਡੀਆਂ ਪਾਰਟੀਆਂ ਦੀ ਤੁਸੀਂ ਪ੍ਰਮੋਸ਼ਨ ਕਰਨੀ ਆ, ਹਾਂਜੀ ਤੁਸੀਂ ਅੱਛੇ ਬੁਲਾਰੇ ਆ। ਹਾਂਜੀ ਮੈਨੂੰ ਉਹਨਾਂ ਨੇ ਲੱਖਾਂ ਦੀ ਆਫਰ ਦਿੱਤੀ। ਹਾਂਜੀ ਮੈਂ ਉਹਨਾਂ ਨੂੰ ਕਿਹਾ ਵੀ ਲੱਖਾਂ ਦੀ ਆਫਰ ਨਹੀਂ ਮੈਨੂੰ ਚਾਹੀਦੀ, ਹਾਂਜੀ ਟਿਕਟ ਦਵੋ। ਹਾਂਜੀ ਉਹ ਕਹਿੰਦੇ ਜੀ ਇਹਦੇ ਬਾਰੇ ਸੋਚ ਵਿਚਾਰ ਕਰਾਂਗੇ। ਅੱਛਾ ਜੀ। ਵੀ ਪੈਸਾ ਤੁਸੀਂ 50 ਲੱਖ ਦੱਸੋ, ਅਸੀਂ ਤੁਹਾਨੂੰ 50 ਲੱਖ ਵੀ ਦਿੰਦੇ ਆ। ਹਾਂਜੀ ਉਹ ਤੁਹਾਨੂੰ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਤੁਹਾਨੂੰ ਚੇਅਰਮੈਨੀ ਵੀ ਦੇ ਦੇਵਾਂਗੇ। ਹਾਂਜੀ ਮੈਂ ਕਿਹਾ ਜੀ ਨਾ ਤੇ ਮੈਨੂੰ ਚਾਹੀਦਾ ਪੈਸਾ ਹਾਂਜੀ ਤੇ ਨਾ ਹੀ ਮੈਨੂੰ ਚਾਹੀਦੀ ਚੇਅਰਮੈਨੀ। ਹਾਂਜੀ ਸਾਡੇ ਲੋਕਾਂ ਨੂੰ ਟਿਕਟ ਦੇ ਦਿਓ, ਉਹ ਲੋਕ ਜਿਹੜੇ ਸਮਾਜ ਲਈ ਬੋਲ ਰਹੇ ਆ। ਹਾਂਜੀ ਫਿਰ ਮੇਰੇ ਵਰਗੇ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਾਂਦੀ? ਕਿਉਂਕਿ ਮਗਰ ਮੇਰੇ ਵਰਗੇ ਨੂੰ ਮੰਨ ਲਓ ਹਾਂਜੀ ਟਿਕਟ ਮਿਲਦੀ ਆ ਤੇ ਸਾਡੇ ਲੋਕ ਜਿਤਾਉਣਗੇ ਤੇ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਕੰਧਾ ਹਿਲਾ ਕੇ ਰੱਖ ਦੂੰਗਾ। ਮਤਲਬ ਤਾਂ ਡਾਕਟਰ ਸਾਹਿਬ ਇਹੀ ਨਿਕਲਦਾ ਵੀ ਸੁੱਤੇ ਪਿਆਂ ਨੂੰ ਜਗਾਉਣ ਵਾਲਾ ਇੱਕ ਹੋਕਾ ਦੇਣ ਵਾਲਾ ਤੋਂ ਉਹਨਾਂ ਨੂੰ ਡਰ ਲੱਗਦਾ ਵੀ ਜੇ ਅਸੀਂ ਇਹਨਾਂ ਦੀ ਡਿਊਟੀ ਜਗਾਉਣ ਤੇ ਲਾਤੀ ਤਾਂ ਜੇ ਸਾਰੇ ਜਾਗੇ ਤਾਂ ਸਾਨੂੰ ਮੁਸ਼ਕਲ ਪੈਦਾ ਹੋ ਜੂ। ਬਿਲਕੁਲ ਮੁਸ਼ਕਲ ਪੈਦਾ ਹੋ ਜੂ। ਆਹੀ ਕਾਰਨ ਆ। ਉਹ ਵਿਪਰਵਾਦੀ ਸੋਚ ਜਿਹੜੀ ਹੈ, ਉਹ ਮਾਰਸ਼ਲ ਕੌਮਾਂ ਦੇ ਲੀਡਰ ਜਿਹੜੇ ਨੇ ਉਹਨਾਂ ਨੂੰ ਅੱਗੇ ਆਉਣ ਹੀ ਨਹੀਂ ਦੇਣਾ ਚਾਹੁੰਦੇ। ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਦੋਜ਼ ਹੂ ਵਾਂਟ ਟੂ ਡੂ ਸਮਥਿੰਗ ਫॉर देयर ਸੋਸਾਇਟੀ, ਜਿਹੜੇ ਆਪਣੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਆ, ਉਹਨਾਂ ਨੂੰ ਉਹ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਹਾਂਜੀ ਸੋ ਉਹ ਉਹਨਾਂ ਲੋਕਾਂ ਨੂੰ ਹੀ ਰੱਖਦੇ ਆ ਜਿਹੜੇ ਉਹਨਾਂ ਦੀ ਬੋਲੀ ਬੋਲਣ ਤੇ ਅਸੀਂ ਉਹਨਾਂ ਨੂੰ ਐਸੀਆਂ ਦੇ ਲੀਡਰ ਨਹੀਂ ਕਹਿ ਸਕਦੇ। ਹਾਂਜੀ ਉਹ ਰਿਜ਼ਰਵੇਸ਼ਨ ਦੇ ਸਹਾਰਾ ਲੈ ਕੇ ਉਹ ਪਹੁੰਚ ਤੇ ਗਏ ਉੱਥੋਂ ਤੱਕ। ਹਾਂਜੀ ਪਰ ਅਸੀਂ ਉਹਨਾਂ ਨੂੰ ਉਹ ਰਵਾਇਤੀ ਪਾਰਟੀਆਂ ਦੇ ਬੰਦੇ ਮੰਨਦੇ ਆ, ਅਸੀਂ ਉਹਨਾਂ ਨੂੰ ਲੀਡਰ ਨਹੀਂ ਮੰਨਦੇ। ਨਵੇਂ ਨੌਜਵਾਨ ਜਾਂ ਜਿਹੜੇ ਨਵੇਂ ਲੀਡਰ ਉੱਠਦੇ ਨੇ ਉਹਨਾਂ ਦੇ ਵਿੱਚ ਲੀਡਰੀ ਦੀ ਜਿਹੜੀ ਉਹ ਮਾਨਸਿਕ ਜਿਹੜੇ ਕਮਜ਼ੋਰੀ ਆ ਜਿਹੜੀ ਉਹ ਰਹਿ ਜਾਂਦੀ ਆ ਕਿ ਉਹ ਆਪਣੇ ਲੋਕਾਂ ਨੂੰ ਰੀਪ੍ਰੈਜ਼ੈਂਟ ਹੀ ਨਹੀਂ ਕਰ ਪਾਉਂਦੇ, ਕਿ ਉਹਨਾਂ ਨੂੰ ਪਲੇਟਫਾਰਮ ਦੀ ਘਾਟ ਆ ਜਾਂ ਮਾਨਸਿਕ ਉਹਨਾਂ ਦੀ ਜਿਹੜੀ ਮਨੋਵਿਰਤੀ ਆ ਉਹ ਹਾਲੇ ਵੀ ਕਮਜ਼ੋਰ ਆ। ਦੇਖੋ ਜੀ, ਮੈਂ ਬਹੁਤ ਸਾਰੇ ਜੋ ਲੀਡਰ ਨੇ ਉਹਨਾਂ ਨੂੰ ਜਾਣਦਾ ਜਿਹੜੇ ਅਜੇ ਵੀ ਸਮਾਜ ਦੀ ਗੱਲ ਕਰਦੇ ਆ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ। ਅੱਛਾ ਜੀ। ਉਹਨਾਂ ਨੂੰ ਪਾਰਟੀ ਦੇ ਪ੍ਰੋਟੋਕਾਲ ਦੇ ਅੰਦਰ ਕਿਹਾ ਜਾਂਦਾ ਵੀ ਰਹਿ ਕੇ ਬੋਲਣਾ ਹੈ। ਹਾਂਜੀ। ਹੁਣ ਪਾਰਟੀ ਦਾ ਪ੍ਰੋਟੋਕਾਲ ਹੀ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ
ਅਗੇਂਸਟ ਆ। ਹਾਂਜੀ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਆ ਕਿ ਐਸੀਆਂ ਦੀ ਔਰ ਬਹੁਜਨ ਸਮਾਜ ਦੀ ਇੱਕ ਪਾਰਟੀ ਹੈ, ਬਹੁਜਨ ਸਮਾਜ ਪਾਰਟੀ, ਜੋ ਪਾਰਟੀ ਨਹੀਂ ਉਹ ਗਰੀਬਾਂ ਦਾ ਅੰਦੋਲਨ ਹੈ। ਸਾਹਿਬ ਕਾਂਸ਼ੀ ਰਾਮ ਜੀ ਨੇ ਤਿਆਰ ਕੀਤਾ। ਹਾਂਜੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸੰਘਰਸ਼ ਕੀਤਾ। ਸਾਹਿਬ ਕਾਂਸ਼ੀ ਰਾਮ ਜੀ ਨੂੰ ਪੁੱਛਿਆ ਗਿਆ ਵੀ ਤੁਹਾਡੀ ਪਾਰਟੀ ਦਾ ਮੈਨੀਫੈਸਟੋ ਕੀ ਹੋਊਗਾ। ਹਾਂਜੀ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਕਿ ਸਾਡੀ ਪਾਰਟੀ ਦਾ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਤੇ ਬਰਾਬਰਤਾ ਦੀ ਗੱਲ ਕਰਦੇ ਆ। ਬਿਲਕੁਲ ਜੀ ਬਿਲਕੁਲ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵਰਗੇ ਲੀਡਰ ਨੇ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ, ਇਹ ਭਾਰਤ ਦਾ ਸੰਵਿਧਾਨ ਆ। ਹਾਂਜੀ ਇਹ ਜਦੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ ਭਾਰਤ ਦਾ ਸੰਵਿਧਾਨ ਲਿਖਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬਰਾਬਰਤਾ ਦੀ ਗੱਲ ਕਰਦੇ ਆ। ਹਾਂਜੀ ਉਹ ਸਭੇ ਸਾਂਝੀਵਾਲਤਾ ਦੀ ਗੱਲ ਕਰਦੇ ਆ। ਹਾਂਜੀ ਉਹ ਸਾਰੇ ਵਰਨਾਂ ਨੂੰ ਇੱਕ ਕਰਨ ਦੀ ਗੱਲ ਕਰਦੇ ਆ। ਹਾਂਜੀ ਸੋ ਸਾਹਿਬ ਕਾਂਸ਼ੀ ਰਾਮ ਜੀ ਵਰਗੇ ਲੀਡਰਾਂ ਚੋਂ ਪੰਜਾਬ ਦੇ ਲੋਕਾਂ ਨੂੰ ਲੀਡਰ ਨਹੀਂ ਨਜ਼ਰ ਆਉਂਦਾ ਸੀ। ਹਾਂਜੀ ਪੰਜਾਬ ਦੇ ਲੋਕਾਂ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਵਿੱਚੋਂ ਉਹਨਾਂ ਦੀ ਜਾਤ ਨਜ਼ਰ ਆਉਂਦੀ ਸੀ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ। ਹਾਂਜੀ ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਨੇ, ਅਸੀਂ ਉਹਨਾਂ ਦੇ ਬਾਰੇ ਨਹੀਂ ਬੋਲਣਾ ਚਾਹੁੰਦੇ ਜੋ ਚਲੇ ਗਏ ਨੇ, ਪਰ ਉਹਨਾਂ ਦਾ ਇਤਿਹਾਸ ਫਰੋਲ ਕੇ ਦੇਖੋ। ਹਾਂਜੀ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੰਵਿਧਾਨ ਪਾੜਿਆ ਰਵਾਇਤੀ ਪਾਰਟੀਆਂ ਨਾਲ ਮਿਲ ਕੇ, ਜਿਹੜੀਆਂ ਕੇਂਦਰ 'ਚ ਰਾਜ ਕਰਦੀਆਂ ਨੇ। ਹਾਂਜੀ ਪੰਜਾਬ ਦੇ ਲੋਕ ਉਹਨਾਂ ਨੂੰ ਲੀਡਰ ਚੁਣਦੇ ਆ, ਜਦਕਿ ਉਹਨਾਂ ਦੇ ਰਾਜ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਉਹਨਾਂ ਦੀ ਕੈਟੇਗਰੀ ਦੇ ਲੋਕਾਂ ਨੇ ਸੁਸਾਈਡ ਕੀਤੇ, ਹਾਂਜੀ ਉਹਨਾਂ ਨਾਲ ਗਦਾਰੀਆਂ ਹੋਈਆਂ। ਹਾਂਜੀ ਔਰ 6ਵਾਂ ਦਰਿਆ ਨਸ਼ੇ ਦਾ, ਹਾਂਜੀ ਚਿੱਟੇ ਦਾ ਅਗਰ ਪੰਜਾਬ ਦੇ ਵਿੱਚ ਆਇਆ ਤੇ ਜਿਨ੍ਹਾਂ ਨੇ ਪੰਥ ਦੇ ਨਾਮ ਤੇ ਪਾਰਟੀਆਂ ਬਣਾਈਆਂ, ਧਰੋਹ ਕੀਤਾ, ਪੰਜਾਬ ਨਾਲ ਧਰੋਹ ਕਮਾਇਆ, ਪਰ ਲੋਕ ਜਿਹੜੇ ਸੀਗੇ ਉਹਨਾਂ ਹਾਂਜੀ ਅਖੌਤੀ ਉੱਚੀ ਜਾਤ ਵਾਲੇ ਹਾਂਜੀ ਜਿਨ੍ਹਾਂ ਨੇ ਪੰਜਾਬ ਨੂੰ ਨਰਕ 'ਚ ਧਕੇਲ ਦਿੱਤਾ, 6ਵਾਂ ਦਰਿਆ ਨਸ਼ੇ ਦਾ ਵਹਾਤਾ ਔਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਹੀ ਕਰ ਦਿੱਤਾ ਪੰਜਾਬ ਨੂੰ, ਉਹਨਾਂ ਨੂੰ ਉਹ ਕਹਿੰਦੇ ਸੀ ਵੀ ਅਸੀਂ ਵੋਟ ਇਹਨੂੰ ਪਾਉਣੀ ਆ ਭਾਵੇਂ ਸਾਡਾ ਬੰਦਾ ਚੋਰ ਹੀ ਕਿਉਂ ਨਾ ਹੋਵੇ। ਹਾਂਜੀ ਲੇਕਿਨ ਸਾਹਿਬ ਕਾਂਸ਼ੀ ਰਾਮ ਜੀ ਵਰਗਾ ਲੀਡਰ, ਜਿਨ੍ਹਾਂ ਦੀ ਪਾਰਟੀ ਦਾ ਮੈਨੀਫੈਸਟੋ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਹਨਾਂ ਦੇ ਵਿੱਚੋਂ ਲੀਡਰ ਨਹੀਂ ਨਜ਼ਰ ਆਇਆ। ਇਹਦੇ ਵਿੱਚ ਬਦਕਿਸਮਤੀ ਲੋਕਾਂ ਦੀ ਹੈ। ਹਾਂਜੀ ਲੀਡਰਾਂ ਨੇ ਕੋਈ ਕਮੀ ਨਹੀਂ ਛੱਡੀ, ਬਾਬਾ ਸਾਹਿਬ ਨੇ ਕੋਈ ਕਮੀ ਨਹੀਂ ਛੱਡੀ, ਸਾਹਿਬ ਕਾਂਸ਼ੀ ਰਾਮ ਜੀ ਨੇ ਕੋਈ ਕਮੀ ਨਹੀਂ ਛੱਡੀ, ਦੀਨਾ ਭਾਨਾ ਜੀ ਨੇ ਕੋਈ ਕਮੀ ਨਹੀਂ ਛੱਡੀ। ਹਾਂਜੀ ਸੋ ਕਸੂਰ ਤੇ ਲੋਕਾਂ ਦਾ ਹੈ ਨਾ ਜੀ। ਸਿਹਤ, ਸਿੱਖਿਆ ਤੇ ਪਾਣੀ, ਇਹ ਤਿੰਨ ਐਸੀਆਂ ਬੁਨਿਆਦੀ ਚੀਜ਼ਾਂ ਨੇ ਜਿਹੜੀਆਂ ਕਿ ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ। ਕਿ ਸਾਡੇ, ਮੈਂ ਇੱਥੇ ਕਿਸੇ ਵੀ ਜਾਤ ਪਾਤ ਦੀ ਜਾਂ ਕਿਸੇ ਚੀਜ਼ ਦੀ ਗੱਲ ਨਹੀਂ ਕਰੂੰ, ਕਿ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਜਿਹੜੀ ਸਿਹਤ ਆ, ਸਰਕਾਰੀ ਹਸਪਤਾਲਾਂ ਨੂੰ ਡਾਊਨ ਕਰਕੇ ਪ੍ਰਾਈਵੇਟ ਹਸਪਤਾਲ ਬਹੁਤ ਖੋਲ ਦਿੱਤੇ ਗਏ। ਮੈਂ ਨਾ ਕਿ ਪੰਜਾਬ ਦੀ, ਪੂਰੇ ਭਾਰਤ ਦੀ ਗੱਲ ਕਰੂੰਗਾ। ਦੂਸਰਾ, ਪ੍ਰਾਈਵੇਟ ਹਸਪਤਾਲ ਜ਼ਿਆਦਾ ਖੁੱਲਣ ਦੇ ਨਾਲ ਸਰਕਾਰੀ ਹਸਪਤਾਲ ਨੇ ਜਿਹੜੇ ਡਾਊਨਫਾਲ ਚਲੇ ਗਏ ਜੀ। ਪਾਣੀ ਹੈ ਜਿਹੜਾ ਬੋਤਲਾਂ 'ਚ ਮਿਲਣ ਕਰਕੇ, ਸਾਡੇ ਪੰਜਾਬ ਤਾਂ ਛਬੀਲਾਂ ਲੱਗਦੀਆਂ ਸੀਗੀਆਂ ਜੀ, ਪਾਣੀ ਬੋਤਲਾਂ ਦੇ ਵਿੱਚ ਹੁਣ ਆਉਣ ਲੱਗ ਗਿਆ। ਤੇ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਸੀ ਉਹ ਸੀਗੀ ਐਜੂਕੇਸ਼ਨ। ਪ੍ਰਾਈਵੇਟ ਸਕੂਲਾਂ ਦਾ ਆਭਾਰ ਇੰਨਾ ਜ਼ਿਆਦਾ ਹੈ ਜਿਹਦੇ ਨਾਲ ਸਿੱਖਿਆ ਨੀਤੀ ਹੈ ਜਿਹੜੀ ਉਹ ਗੜਬੜਾ ਜਿਹੜੀ ਗਈ। ਇੱਕ ਗਰੀਬ ਦਾ ਬੱਚਾ ਇੱਕ ਐਸੇ ਸਕੂਲ ਦੇ ਵਿੱਚ ਪੜ੍ਹਦਾ ਤੇ ਇੱਕ ਜਿਹੜਾ ਹਾਈ ਕਲਾਸ ਸੋਸਾਇਟੀ ਹੈ ਉਹਦਾ ਬੱਚਾ ਵਧੀਆ ਸਕੂਲ 'ਚ ਪੜ੍ਹਦਾ, ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਗੈਪ ਪੈਦਾ ਹੋ ਜਾਂਦਾ। ਕਿਉਂਕਿ ਜਿਹੜੇ ਵੱਡੇ UPSC ਲੈਵਲ ਦੇ ਐਗਜ਼ਾਮ ਨੇ ਉਹ ਇੰਗਲਿਸ਼ 'ਚ ਹੁੰਦੇ ਨੇ। ਬੱਚੇ ਇੰਟੈਲੀਜੈਂਟ ਨੇ ਕਿ ਉਹ ਆਪਣੀ ਮਾਂ ਭਾਸ਼ਾ ਦੇ ਵਿੱਚ ਐਜੂਕੇਸ਼ਨ ਹੈ ਜਿਹੜੀ ਸਕੂਲਾਂ ਦੇ ਵਿੱਚ ਲੈਂਦੇ ਨੇ ਜੀ, ਉਹ ਇੰਟੈਲੀਜੈਂਟ ਨੇ, ਬਟ ਉਹ ਐਗਜ਼ਾਮ ਆ ਜਿਹੜਾ ਉਹ ਕਲੀਅਰ ਇਸ ਕਰਕੇ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਇੰਗਲਿਸ਼ ਭਾਸ਼ਾ ਦੀ ਜਿਹਦੇ ਵਿੱਚ ਐਗਜ਼ਾਮ ਲਿੱਤਾ ਜਾਂਦਾ ਉਹ ਨਹੀਂ, ਉਹਦੇ ਵਿੱਚ ਸਿੱਖਿਅਤ ਨਹੀਂ ਹੁੰਦੇ ਜੀ। ਉਹ ਜੇ ਉਹਨਾਂ ਦੇ ਵਿੱਚ ਇੱਕ ਕੀ ਹੁੰਦਾ, ਫਿਰ ਇੱਕ ਪਾੜਾ ਫਿਰ ਪੈ ਜਾਂਦਾ। ਜਿਹੜਾ ਬਾਬਾ ਸਾਹਿਬ ਦਾ ਸੁਪਨਾ ਉਹ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਚੀਜ਼ ਰਹਿ ਜਾਂਦਾ। ਇਹਦੇ ਲਈ ਕੋਈ ਵੀ, ਚਾਹੇ ਉਹ ਦਲਿਤ ਪਾਰਟੀ ਹੈ ਜੀ, ਚਾਹੇ ਕੋਈ ਵੀ ਪਾਰਟੀ ਹੈ, ਇਸ ਚੀਜ਼ ਤੇ ਕੋਈ ਵੀ ਨਹੀਂ ਬੋਲਦਾ। ਉਹ ਕਿਉਂ ਜੀ? ਦੇਖੋ, ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਐਜੂਕੇਸ਼ਨ ਜਿਹੜਾ ਹੈ ਨਾ, ਉਹਦੇ ਐਜੂਕੇਸ਼ਨ ਦੇ ਜਿਹੜੇ ਮਿਆਰ ਨੇ ਉਹ 2 ਨੇ। ਹਾਂਜੀ, ਐਜੂਕੇਸ਼ਨ ਅਮੀਰਾਂ ਵਾਸਤੇ ਅਲੱਗ ਆ ਤੇ ਗਰੀਬਾਂ ਵਾਸਤੇ ਅਲੱਗ ਆ। ਹਾਂਜੀ, ਹੁਣ ਮੈਂ ਦੱਸਣਾ ਚਾਹੁੰਦਾ ਆ ਕਿ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹਨ ਵਾਲੇ ਬੱਚੇ ਵੀ ਡਾਕਟਰ ਬਣਦੇ ਨੇ। ਬਿਲਕੁਲ ਜੀ, ਮੈਂ ਜਿਉਂਦੀ ਜਾਗਦੀ ਐਗਜ਼ਾਮਪਲ ਆ। ਡਾਕਟਰ ਸਾਹਿਬ ਇੱਥੇ ਕਹਿ ਰਹੇ ਨੇ ਕਿ ਇਹਨਾਂ ਨੇ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹ ਕੇ ਬਿਲਕੁਲ ਮਾਣਯੋਗ ਸਥਾਨ ਹੈ ਜਿਹੜਾ ਪ੍ਰਾਪਤ ਕੀਤਾ। ਡਾਕਟਰ ਸਾਹਿਬ, ਪਰ ਜਿਹੜੀ ਇਹ ਗੱਲਬਾਤ ਹੈ, ਇਹ ਜਿਹੜੀ ਹੈ ਇਹ 80 ਦੇ ਦਹਾਕੇ ਉਹਦੀ ਹੋ ਸਕਦੀ ਹੈ, 90 ਦੇ ਦਹਾਕੇ ਦੀ ਹੋ ਸਕਦੀ ਆ,
ਜਦ ਕਿ ਜਿਹੜਾ ਮੇਰਾ ਸਵਾਲ ਆ ਉਹ ਅੱਜ ਦੇ ਟਾਈਮ ਦੇ ਵਿੱਚ ਆ ਵੀ ਅੱਜ ਦੇ ਸਮੇਂ ਦੇ ਵਿੱਚ ਉਦੋਂ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਗਿਣਤੀ ਸੀ ਬਹੁਤ ਜ਼ਿਆਦਾ ਹੁੰਦੀ ਸੀਗੀ। ਸਾਡੇ ਦਰਸ਼ਕਾਂ ਨੂੰ ਦੱਸਦੀ ਕਿ ਪੰਜਾਬ ਦਾ ਜਿਹੜਾ ਐਜੂਕੇਸ਼ਨ ਦੇ ਸਥਾਨ ਦੇ ਵਿੱਚ ਸੀਗਾ ਉਹ ਤੀਸਰਾ ਸੀ, ਜਦ ਕਿ ਜਿਹੜਾ ਅੱਜ ਜਿਹੜਾ ਐਜੂਕੇਸ਼ਨ ਦਾ ਸਥਾਨ ਆ ਉਹ ਸਾਡਾ 19ਵੇਂ ਨੰਬਰ ਤੇ ਆ। ਅਗਰ ਅਸੀਂ ਮੇਰਾ ਸਵਾਲ ਹੀ ਇਹੀ ਸੀਗਾ ਵੀ ਇਹ ਜਿਹੜਾ ਪਾੜਾ ਇਹ ਬਰਾਬਰ ਹੋਊਗਾ ਕਿਵੇਂ ਜੀ? ਜੀ ਹਾਂਜੀ, ਹੋ ਸਕਦਾ ਆ। ਹਾਂਜੀ, ਉਹਦਾ ਕਾਰਨ ਇਹ ਆ, ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ। ਬਿਲਕੁਲ ਜੀ। ਅੱਜ ਦੀ ਗੱਲ ਕਰੀਏ, ਮਾਨਸਾ ਦੀਆਂ 2 ਧੀਆਂ ਸਰਕਾਰੀ ਸਕੂਲ ਦੇ ਵਿੱਚ ਪੜਨ ਵਾਲੀਆਂ ਬੱਚੀਆਂ ਦੇ 600 ਚੋਂ 600 ਨੰਬਰ ਨੇ। ਬਿਲਕੁਲ ਜੀ। ਔਰ ਪ੍ਰਾਈਵੇਟ ਸਕੂਲ ਲੁਧਿਆਣਾ ਦੀ ਬੱਚੀ ਤੀਸਰੇ ਸਥਾਨ ਤੇ ਆਈ ਹੈ। ਹਾਂਜੀ। ਫਿਰ ਤੁਸੀਂ ਦੱਸੋ ਹਾਂਜੀ। ਕਿ ਜਿਹੜੇ ਪੜਨ ਵਾਲੇ ਬੱਚੇ ਨੇ ਉਹ ਸਰਕਾਰੀ ਸਕੂਲ ਦੇ ਵਿੱਚੋਂ ਵੀ ਪੜ੍ਹ ਕੇ ਤੇ ਨੰਬਰ ਹਾਸਲ ਕਰਦੇ ਨੇ ਔਰ ਡਾਕਟਰ, ਵਕੀਲ, ਜੱਜ ਬਣਦੇ ਨੇ। ਇਹ ਇੱਥੇ ਜੋ ਮੈਂ ਦੱਸਾਂਗਾ ਵੀ ਨਲਾਇਕੀ ਜਿਹੜੀ ਆ ਉਹ ਸਰਕਾਰਾਂ ਦੀ ਆ। ਦੇਖੋ, ਜਿਹੜੀ ਸਰਕਾਰ ਆ ਉਹ ਮਾਈ ਬਾਪ ਹੁੰਦੀ ਆ, ਚਾਹੇ ਉਹ ਕੇਂਦਰ ਸਰਕਾਰ ਹੋਵੇ ਤੇ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ। ਜਿਹੜਾ ਸੂਬੇ ਦੇ ਲੋਕ ਨੇ ਉਹ ਉਹਨਾਂ ਦੇ ਬੱਚਿਆਂ ਦੇ ਸਮਾਨ ਹੁੰਦੇ ਆ। ਸਰਕਾਰਾਂ ਮਾਈ ਬਾਪ ਦੇ ਸਮਾਨ ਹੁੰਦੀਆਂ ਨੇ। ਹੁਣ ਸਰਕਾਰਾਂ ਦੀ ਨਲਾਇਕੀ ਹੈ ਕਿ ਸਰਕਾਰਾਂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਸੈਂਕੜੋਂ ਐਲੀਮੈਂਟਰੀ ਸਕੂਲ, ਜਿਹੜੇ ਪ੍ਰਾਇਮਰੀ ਸਕੂਲ ਸੀਗੇ ਜੀ, ਉਹ ਬੰਦ ਕਰਵਾ ਦਿੱਤੇ ਕਿਉਂਕਿ ਇਹਨਾਂ ਮੰਤਰੀਆਂ ਦੇ ਆਪਣੇ ਪ੍ਰਾਈਵੇਟ ਸਕੂਲ ਖੁੱਲ ਗਏ ਨੇ ਜਿੱਥੇ ਤੁਸੀਂ ਝੋਲੇ ਭਰ ਕੇ ਮਣਾ ਮੋਹੀ ਉੱਥੇ ਡੋਨੇਸ਼ਨਾਂ, ਫੀਸਾਂ ਲਈਆਂ ਜਾਂਦੀਆਂ ਨੇ, ਕਿਤਾਬਾਂ ਵੇਚੀਆਂ ਜਾਂਦੀਆਂ ਨੇ। ਇਹਦੇ ਲਈ ਸਰਕਾਰਾਂ, ਸਮੇਂ ਦੀ ਸਰਕਾਰ ਜਿਹੜੀ ਆ, ਉਹਨਾਂ ਨੇ ਵੀ ਬੜੇ ਪ੍ਰਯਾਸ ਕੀਤੇ ਆ, ਲੋਕਾਂ ਨੇ ਸੰਘਰਸ਼ ਵੀ ਕੀਤੇ ਆ ਕਿ ਫੀਸਾਂ ਬਹੁਤ ਜ਼ਿਆਦਾ ਨੇ ਕਿਉਂਕਿ ਬੱਚਿਆਂ ਨੂੰ ਪੜਾਉਣਾ ਸੌਖਾ ਕੰਮ ਨਹੀਂ ਰਹਿ ਗਿਆ। ਸਰਕਾਰਾਂ ਦੀ ਨਲਾਇਕੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵੱਲ ਧਿਆਨ ਦੇਣ। ਇਹ ਉਹ ਧਰਤੀ ਹੈ, ਪੰਜਾਬ ਦੀ ਧਰਤੀ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਮਹਾਂਪੁਰਸ਼ ਫਰਮਾਉਂਦੇ ਨੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤੇ ਅਫਸੋਸ ਦੀ ਗੱਲ ਹੈ ਕਿ ਸਿਰਾਂ ਦੇ ਉੱਤੇ ਪੱਗਾਂ ਬੰਨਣ ਵਾਲੇ ਲੀਡਰ ਔਰ ਸਿਰਾਂ ਦੇ ਉੱਤੇ ਪੱਗਾਂ ਬੰਨ ਕੇ ਰਾਜ ਸੱਤਾ ਦਾ ਆਨੰਦ ਮਾਣਨ ਵਾਲੇ ਲੀਡਰ ਜਿਹੜੇ ਨੇ, ਉਹ ਗੁਰੂ ਦੇ ਸਿੱਖੀ ਸਿਧਾਂਤਾਂ ਤੋਂ, ਗੁਰੂ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਕੋਹਾ ਦੂਰ ਨੇ। ਉਹ ਦੇਖਦੇ ਜੋ ਸਿੱਖਾਂ ਵਰਗੇ ਹੋ ਸਕਦੇ ਆ, ਪਰ ਉਹ ਸਿੱਖ ਨਹੀਂ ਹੋ ਸਕਦੇ। ਇਹ ਉਹਨਾਂ ਦੀ ਨਲਾਇਕੀ ਆ। ਉਹ ਚੋਣ, ਮੈਂ ਹੁਣ ਇੱਥੇ ਐਗਜ਼ਾਮਪਲ ਦੇਣਾ ਚਾਹੁੰਦਾ ਆ। ਬਿਲਕੁਲ ਜੀ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਲਾਗੂ ਕਰਾਉਣ ਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਲਾਗੂ ਹੋ ਜਾਵੇ, ਜਾਤ ਪਾਤ ਖਤਮ ਹੋ ਜਾਵੇ, ਜਾਤੀ ਆਧਾਰਿਤ ਸ਼ਮਸ਼ਾਨ ਘਾਟ ਤੇ ਜਾਤੀ ਆਧਾਰਿਤ ਗੁਰੂ ਘਰ ਜਿਹੜੇ ਨੇ ਉਹ ਇੱਕ ਹੋ ਜਾਣ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੈ। ਇਹਨੂੰ ਇੱਕ ਕਰਾਉਣ ਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। ਪੜ੍ਹੇ ਲਿਖੇ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਆ ਗਏ ਆ, ਬਟ ਸਾਡੀ ਜਾਨ ਨੂੰ ਖਤਰਾ ਔਰ ਸਰਕਾਰ ਨੂੰ ਲੱਗਿਆ ਵੀ ਇਹ ਵਿਅਕਤੀ ਸੱਚ ਬੋਲਦੇ ਨੇ ਤੇ ਇਹਨਾਂ ਨੂੰ ਖਤਰਾ ਹੈ ਤੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਹੈ ਸੰਵਿਧਾਨ ਦੀ ਬਦੌਲਤ। ਤੇ ਅਸੀਂ ਇੱਥੇ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਵੀ ਉਹ ਸਾਨੂੰ ਪ੍ਰੋਟੈਕਟ ਕਰ ਰਿਹਾ। ਲੇਕਿਨ ਇਹ ਕੰਮ ਸਰਕਾਰਾਂ ਦੇ ਨੇ। ਬਾਹਰਲੇ ਮੁਲਕਾਂ ਦੀ ਆਪਾਂ ਜੇ ਗੱਲ ਕਰੀਏ, ਉਹ ਬਾਈਬਲ ਦੇ ਸਿਧਾਂਤਾਂ ਤੇ, ਉਹ ਆਪਣੇ ਦੇਸ਼ ਦੇ ਸੰਵਿਧਾਨ ਤੇ ਉਥੋਂ ਦੀ ਸਿੱਖਿਆ ਪ੍ਰਣਾਲੀ ਚਲਾਉਂਦੇ ਆ ਤੇ ਉਥੋਂ ਦੀ, ਦੇਖੋ, 2 ਚੀਜ਼ਾਂ ਇੱਕ ਮਨੁੱਖ ਦੇ ਲਈ ਬਹੁਤ ਜ਼ਰੂਰੀ ਆ, ਇੱਕ ਤੇ ਐਜੂਕੇਸ਼ਨ, ਦੂਜਾ ਸਿਹਤ, ਜਿਹੜੀਆਂ ਸੁਵਿਧਾਵਾਂ ਨੇ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਆ ਕਿ ਬਾਹਰਲੇ ਮੁਲਕਾਂ ਦੀ ਜੇ ਆਪਾਂ ਗੱਲ ਕਰੀਏ, ਅੱਜ ਜਿੱਧਰ ਨੂੰ ਹੋੜ ਲੱਗੀ ਪਈ ਆ, ਲੋਕੀ ਭੱਜ ਕੇ ਜ਼ਮੀਨ ਜਾਇਦਾਦਾਂ ਵੇਚ ਕੇ ਬਾਹਰ ਜਾ ਰਹੇ ਆ। ਕਿਉਂ ਜਾ ਰਹੇ ਨੇ? ਕਿਉਂਕਿ ਉਹ ਲੋਕ ਆਪਣੇ ਮਹਾਂਪੁਰਸ਼ਾਂ ਦੇ ਗ੍ਰੰਥਾਂ ਦੇ ਅਕੋਰਡਿੰਗ ਆਪਣੇ ਦੇਸ਼ ਨੂੰ ਚਲਾਉਂਦੇ ਆ। ਕਿਉਂਕਿ ਸਾਡੇ ਜਿਹੜੇ ਗ੍ਰੰਥ ਨੇ ਉਹ ਮਾਨਵਤਾ ਦੀ, ਬਰਾਬਰਤਾ ਦੀ ਗੱਲ ਕਰਦੇ ਆ। ਇੱਕ ਮਨੁੱਖ ਦੇ 3 ਚੀਜ਼ਾਂ ਚਾਹੀਦੀਆਂ, ਰੋਟੀ, ਕਪੜਾ ਔਰ ਮਕਾਨ। ਲੇਕਿਨ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤੇ ਇੱਥੇ ਤੇ ਰੋਟੀ, ਕਪੜਾ, ਮਕਾਨ ਦੀ ਹੀ ਲੜਾਈ ਦੇ ਵਿੱਚ ਜਿਹੜਾ ਗਰੀਬ ਬੰਦਾ ਉਹ ਪਿਸਦਾ ਪਿਆ ਆ ਔਰ ਉਹਨਾਂ ਦੇ ਹੱਕ 2 ਰੁਪਏ ਕਿਲੋ ਵਾਲੀ ਕਣਕ ਤੱਕ ਲੀਡਰ ਖਾ ਜਾਂਦੇ ਨੇ। ਹੁਣ ਜਿਹੜੀਆਂ ਸਰਕਾਰਾਂ ਨੇ, ਪੰਜਾਬ ਦੀਆਂ ਸਰਕਾਰਾਂ ਨੂੰ ਪੰਜਾਬ ਦੇ ਵਿੱਚ ਸਿਰਫ ਕਿਸਾਨ ਹੀ ਦਿਖਦਾ ਆ। ਬਿਲਕੁਲ ਜੀ। ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣ, ਬਿਲਕੁਲ ਮਿਲਣੇ ਚਾਹੀਦੇ। ਲੇਕਿਨ ਮਜ਼ਦੂਰ ਕਿੱਥੇ ਜਾਊਗਾ? ਕਿਸਾਨ ਅਸੀਂ ਉਹਨੂੰ ਮੰਨਦੇ ਆ ਜਿਹੜਾ ਆਪਣੇ ਹੱਥੀਂ ਕਿਰਤ ਕਰਦਾ ਆ, ਹੱਥੀਂ ਖੇਤ ਵਾਹੁੰਦਾ ਆ, ਹੱਥੀਂ ਪਾਣੀ ਦਿੰਦਾ ਆ, ਹੱਥੀਂ ਬੀਜ ਪਾਉਂਦਾ ਆ, ਹੱਥੀਂ ਵਾਢੀ ਕਰਦਾ ਆ। ਲੇਕਿਨ ਜ਼ਿਆਦਾਤਰ ਚਿੱਟ ਕਪੜੀਏ ਕਿਸਾਨ ਜਿਹੜੇ ਨੇ ਉਹ ਕਿਸਾਨਾਂ ਵਾਲੀਆਂ ਸੁਵਿਧਾਵਾਂ ਤਾਂ ਸਾਰੀਆਂ ਲੈ ਰਹੀਆਂ ਨੇ, ਲੇਕਿਨ ਉਹ ਜਿਹੜੀ ਖੇਤੀ ਦੇ ਵਿੱਚ, ਆਪਣੀ ਖੇਤਾਂ ਦੇ ਵਿੱਚ ਜਿਨ੍ਹਾਂ ਤੋਂ ਕੰਮ ਕਰਾਉਂਦਾ ਆ, ਉਹ ਮਜ਼ਦੂਰ, ਖੇਤ ਮਜ਼ਦੂਰ ਜਿਹੜੇ ਨੇ, ਉਹਨਾਂ ਦੇ ਅਧਿਕਾਰ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ। ਸਰਕਾਰਾਂ ਨੂੰ ਕਿਸਾਨ ਨਜ਼ਰ ਆ ਰਹੇ ਆ ਲੇਕਿਨ ਖੇਤ ਮਜ਼ਦੂਰ ਨਹੀਂ ਨਜ਼ਰ ਆ ਰਹੇ ਆ। ਦੂਸਰੀ ਗੱਲ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ, ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਆ ਕਿ ਜਿਹੜੀ
ਜਿਹਨੂੰ ਰੈਜ਼ਰਵੇਸ਼ਨ ਕਿਹਾ ਜਾਂਦਾ, ਉਹ ਦਰਅਸਲ ਰੈਜ਼ਰਵੇਸ਼ਨ ਨਹੀਂ ਆ, ਉਹ ਰਿਪਰੈਜ਼ੈਂਟੇਸ਼ਨ ਆ, ਬਰਾਬਰ ਲਿਆਉਣ ਦੇ ਲਈ ਹਿੱਸੇਦਾਰੀ ਦਿੱਤੀ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਕਿ 33% ਜ਼ਮੀਨ ਜਿਹੜੀ ਆ ਉਹ ਐਸਸੀ ਕਮਿਊਨਿਟੀ ਦੇ ਲੋਕ ਜਿਹੜੇ ਨੇ, ਜਿਹੜੀ ਸਰਕਾਰੀ ਜ਼ਮੀਨ ਆ ਉਹ ਲੈ ਸਕਦੇ ਆ। ਲੇਕਿਨ ਮੈਂ ਬੜੇ ਦੁਖੀ ਹਿਰਦੇ ਦੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਉਹਨਾਂ ਨੇ ਹੱਕ ਨਹੀਂ ਲੈਣ ਦਿੱਤੇ ਜਾ ਰਹੇ। 33% ਜ਼ਮੀਨ ਜੇ ਮਜ਼ਦੂਰ ਲੈ ਲੈਣ ਤੇ ਉਹ ਨੀਵੇਂ ਨਾ ਰਹਿ ਜਾਣ, ਕਿਉਂਕਿ ਉਹ ਆਪਣੇ ਖੇਤਾਂ 'ਚ ਆਪਣਾ ਪੱਠਾ ਲੱਤਾ, ਆਪਣੀ ਫਸਲ ਬੀਜ ਕੇ ਆਪਣੇ ਬੱਚਿਆਂ ਨੂੰ ਇੱਕ ਇੱਜ਼ਤ ਤੇ ਮਾਣ ਵਾਲੀ ਜ਼ਿੰਦਗੀ ਦੇਣ। ਰੀਸੈਂਟਲੀ ਗੱਲ ਦੱਸਣਾ ਚਾਹੁੰਦਾ ਆ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਿ ਨਾਮੀ ਗ੍ਰਾਮੀ ਕਿਸਾਨ ਜਥੇਬੰਦੀ ਉਹਦਾ ਆਗੂ ਇੱਕ ਨਾਭੇ ਤੋਂ, ਜਦੋਂ ਮਜ਼ਦੂਰਾਂ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀਆਂ, ਇਹ ਕੁਝ ਸਾਡੀਆਂ ਮਜ਼ਦੂਰਾਂ ਦੇ ਹੱਕਾਂ ਲਈ ਲੜ ਰਹੀਆਂ, ਮੈਂ ਇਹਨਾਂ ਨੂੰ ਸਲੂਟ ਕਰਦਾ ਹਾਂ, ਇਹਨਾਂ ਦੇ ਆਗੂਆਂ ਨੂੰ। ਇਹਨਾਂ ਨੇ ਜਦੋਂ ਜ਼ਮੀਨ ਹਾਸਲ ਕਰ ਲਈ ਤੇ ਉਹ ਆਗੂ ਕਹਿ ਰਿਹਾ ਆ, ਲੜ ਰਿਹਾ ਆ। ਨਾਭੇ ਦੀ ਇੱਕ ਕਿਸਾਨ ਜਥੇਬੰਦੀ ਦਾ, ਨਾਮੀ ਗ੍ਰਾਮੀ ਕਿਸਾਨ ਜਥੇਬੰਦੀ ਦਾ ਆਗੂ ਆ, ਉਹ ਵਿਅਕਤੀ ਜਾਤੀ ਸੂਚਕ ਸ਼ਬਦ ਬੋਲ ਰਿਹਾ ਹੈ ਜੇ ਗਰੀਬਾਂ ਨੇ ਆਪਣਾ ਹੱਕ ਲੈ ਲਿਆ। ਕਿਉਂਕਿ ਅਕਸਰ ਘੜਮ ਚੌਧਰੀ ਕੀ ਕਰਦੇ ਨੇ, ਗਰੀਬਾਂ ਨੂੰ ਉਹਨਾਂ ਦਾ ਹੱਕ ਨਹੀਂ ਲੈਣ ਦਿੰਦੇ। ਇਹ ਆਪਣਾ ਰੱਖੇ ਹੋਏ ਸੀਰੀ ਨੂੰ, ਜਿਹਨੂੰ ਨਸ਼ੇ ਤੇ ਲਾਇਆ ਹੁੰਦਾ ਆ ਜਾਂ ਜਿਹੜਾ ਇਹਨਾਂ ਦੀ ਗੁਲਾਮੀ ਕਰ ਰਿਹਾ ਹੁੰਦਾ, ਉਹਦੇ ਕੋਲੋਂ ਡੰਮੀ ਬੋਲੀ ਕਰਵਾ ਕੇ ਤੇ ਜਿਹੜਾ ਗਰੀਬਾਂ ਦਾ ਹੱਕ ਹੈ, ਉਹਨਾਂ ਦੀ 33% ਜ਼ਮੀਨ ਆ, ਉਹਨਾਂ ਨੂੰ ਨਹੀਂ ਲੈਣ ਦਿੰਦੇ। ਉਹ ਆਪਣੇ ਸੀਰੀ ਕੋਲੋਂ ਬੋਲੀ ਕਰਵਾ ਕੇ ਤੇ ਜਿਹੜਾ ਖੇਤੀ ਆ ਉਹ ਜ਼ਮੀਨ ਜਿਹੜਾ ਆ ਉਹ ਪ੍ਰਾਪਤ ਕਰਦਾ ਆ ਘੜਮ ਚੌਧਰੀ। ਸੋ ਉਹ ਵਿਅਕਤੀ ਕਹਿ ਰਿਹਾ ਆ, ਸਾਡੇ ਆਗੂ ਨਾਲ ਲੜ ਰਿਹਾ ਆ ਵੀ ਤੁਸੀਂ ਹਰੀਜਨ ਸ਼ਬਦ ਵਰਤਿਆ, ਜਦਕਿ ਇਹ ਬੈਨ ਆ ਤੇ ਪਰਚਾ ਹੁੰਦਾ ਆ, ਢੇਡ ਸ਼ਬਦ ਵਰਤਿਆ ਜਾ ਰਿਹਾ ਆ। ਫਿਰ ਉਹਨਾਂ ਦੀ ਫਿਰ ਜਦੋਂ ਪਰਚਾ ਅਸੀਂ ਕਰਵਾਉਣ ਲੱਗੇ ਤੇ ਫਿਰ ਉਹ ਆਪਣਾ ਮਾਫੀ ਵੀ ਮੰਗ ਰਿਹਾ। ਇਹਨਾਂ ਨੂੰ ਪਹਿਲਾਂ ਹੀ ਅਕਲ ਹੋਣੀ ਚਾਹੀਦੀ ਆ ਵੀ ਤੁਸੀਂ ਸਿਰਾਂ ਦੇ ਉੱਤੇ ਪੱਗਾਂ ਬੰਨ੍ਹ ਕੇ ਸਿੱਖਾਂ ਵਰਗੇ ਦਿਖਦੇ ਆ, ਤੁਸੀਂ ਸਿੱਖ ਨਹੀਂ ਆ। ਔਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਨੇ ਕਿਹਾ ਆ ਕਿ खालसा मेरो रूप है खास, खालसे में मैं करूं निवास, जब लग खालसा रहे न्यारा तब लग तेज देऊं मैं सारा, जब खालसा करे विपरन की रीत मैं नहीं करूं इनकी प्रतीत। सो तुसी पग्गां दे विच सिर जरूर फसाए आ, तुसी सिख नहीं आ, तुसी सिख नहीं हो सकते, क्योंकि सिख असल सिख जिहड़ा आ अपने महापुरुषां दे सिद्धांतां नूं फॉलो करदे होए नाम जपदा आ, किरत करदा आ ते वंड के छकदा आ। ਤੁਸੀਂ ਗਰੀਬਾਂ ਨੂੰ, ਉਹਨਾਂ ਨੂੰ ਲੰਗਰ ਖਵਾ ਕੇ ਤੇ ਉਹਨਾਂ ਨੂੰ ਮਿਹਣੇ ਮਾਰਦੇ ਆ, ਉਹਨਾਂ ਦੇ ਕੋਲ ਆਪਣੇ ਨਿੱਜੀ ਕੰਮ ਕਰਵਾਉਣੇ ਆ। ਫਿਰ ਤੁਸੀਂ ਗਰੀਬਾਂ ਨੂੰ ਉਹਨਾਂ ਦੀ ਦਿਹਾੜੀ ਦੇਣ ਲੱਗਿਆ। ਗੁਰੂ ਘਰਾਂ ਦੇ ਵਿੱਚ ਮਤੇ ਪਾ ਕੇ ਬੀਤੇ ਦਿਨਾਂ ਦੇ ਵਿੱਚ ਤੁਸੀਂ ਵੀ ਦੇਖੀ ਹੋਣੀ ਆ ਵੀਡੀਓ, ਮਤੇ ਪਾਏ ਗਏ ਕਿ ਜੇ ਮਜ਼ਦੂਰ ਘਰੋਂ ਰੋਟੀ ਲੈ ਕੇ ਆਊਗਾ ਤੇ 300 ਰੁਪਇਆ ਦਿਹਾੜੀ, ਤੇ ਜੇ ਜੱਟ ਕੋਲ ਰੋਟੀ ਖਾਊਗਾ ਤੇ 250 ਰੁਪਇਆ ਦਿਹਾੜੀ। ਫਿਰ ਇਹਦਾ ਮਤਲਬ ਕੀ ਹੋਇਆ ਵੀ ਜੱਟ ਦਾ ਸੰਬੰਧ ਤਾਂ ਸਿੱਖੀ ਨਾਲ ਨਾ ਹੋਇਆ। ਜਿਹੜਾ ਮਜ਼ਦੂਰ ਦੀ ਦਿਹਾੜੀ ਦੇ 50 ਰੁਪਏ ਵੀ ਕੱਟਦਾ ਆ, ਫਿਰ ਉਹ ਕਿਸ ਤਰ੍ਹਾਂ ਕਹਿ ਸਕਦਾ ਵੀ ਅਸੀਂ ਲੰਗਰ ਲਾਉਣੇ ਆ? ਲੰਗਰ ਬਾਬੇ ਨਾਨਕ ਦਾ ਆ, ਲੰਗਰ ਸੰਗਤ ਦੇ ਪੈਸੇ ਦਾ ਆ, ਤੇ ਇਹ ਲੰਗਰ ਖਵਾ ਕੇ ਵੀ ਮਜ਼ਦੂਰਾਂ ਤੇ ਕੋਲੋਂ ਆਪਣੇ ਨਿੱਜੀ ਕੰਮ ਕਰਾਉਂਦੇ ਆ ਤੇ ਮਿਹਣੇ ਮਾਰਦੇ। ਸਾਰੇ ਜ਼ਿਮੀਂਦਾਰ ਜਾਂ ਸਾਰੇ ਜੱਟ ਨੇ ਜਿਹੜੇ, ਜੇ ਆਪਾਂ ਇੱਥੇ ਗੱਲ ਕਰਦੇ ਆ ਤਾਂ ਸਾਰੀ ਇਹ ਜਿਹੜੀ ਇੱਕ ਗੱਲ ਆ ਇਹ ਸਾਰਿਆਂ ਤੇ ਇੰਪਲੀਮੈਂਟ ਹੋ ਜਾਂਦੀ ਆ, ਪਰ ਬਹੁਤ ਸਾਰੇ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਵੀ ਨੇ ਕਿ ਵਧੀਆ ਕਾਰਜ ਵੀ ਕਰਦੇ ਨੇ। ਫਿਰ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜੀ? ਜੋ ਸਿੱਖ ਸਿਧਾਂਤਾਂ ਨੂੰ ਮੰਨਦਾ ਆ, ਕਿਸਾਨੀ ਕਰਦਾ ਆ, ਹੱਥੀ ਖੇਤੀ ਕਰਦਾ ਆ, ਅਸੀਂ ਉਸ ਨੂੰ ਕਿਸਾਨ ਕਹਿੰਦੇ ਆ। ਜਿਹਦੇ ਕੋਲ ਜ਼ਮੀਨ ਹੈ ਉਹਨੂੰ ਜ਼ਿਮੀਂਦਾਰ ਕਹਿੰਦੇ ਆ। ਔਰ ਜਦੋਂ ਕਿਸਾਨੀ ਸੰਘਰਸ਼ ਲੜਿਆ ਜਾ ਰਿਹਾ ਸੀ ਦਿੱਲੀ ਦੇ ਵਿੱਚ, ਉਦੋਂ ਇਹੀ ਸ਼ਬਦ ਵਰਤੇ ਜਾ ਰਹੇ ਸੀਗੇ, ਸਿੱਖੀ, ਕਿਸਾਨੀ ਤੇ ਜ਼ਿਮੀਂਦਾਰੀ। ਲੇਕਿਨ ਇਹ ਜਿਹੜਾ ਚੌਥਾ ਸ਼ਬਦ ਜੱਟ ਸ਼ਬਦ ਇਸਤੇਮਾਲ ਕਰਦੇ ਆ, ਅਸੀਂ ਜੱਟ ਘੜਮ ਚੌਧਰੀਆਂ ਨੂੰ ਕਹਿੰਦੇ ਆ। ਜੱਟ ਦਾ ਮਤਲਬ ਆ ਜ਼ਮੀਨੀ ਟੱਟੂ। ਔਰ ਇਹ ਮੈਂ ਪਹਿਲਾਂ ਵੀ ਬੋਲਦਾ ਆ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਮੈਨੂੰ ਇਹਦੇ ਕਿਹੜੇ ਕੀ ਨਤੀਜੇ ਭੁਗਤਣੇ ਪੈ ਸਕਦੇ ਆ। ਅਸੀਂ ਕਿਸਾਨਾਂ ਨੂੰ ਪਿਆਰ ਕਰਦੇ ਆ, ਉਹ ਸਾਡੇ ਭਰਾ ਨੇ, ਉਹ ਸਾਡਾ ਖੂਨ ਆ, ਅਸੀਂ ਉਹਨਾਂ ਨੂੰ ਕਦੀ ਮਾੜਾ ਨਹੀਂ ਕਹਿ ਸਕਦੇ। 95% ਲੋਕ ਕਿਸਾਨ ਨੇ, ਚੰਗੀ ਸੋਚ ਵਾਲੇ ਨੇ, ਤੇ 5% ਜੋ ਗਰੀਬ ਕਿਸਾਨਾਂ ਨਾਲ ਵੀ ਧੱਕੇਸ਼ਾਹੀ ਕਰਦੇ ਆ, ਉਹਨਾਂ ਦੀਆਂ ਜ਼ਮੀਨਾਂ ਵੀ ਹੜੱਪਦੇ ਆ, ਉਹਨਾਂ ਦੀਆਂ ਜ਼ਮੀਨਾਂ ਵੀ ਦੱਬ ਲੈਂਦੇ ਆ, ਉਹਨਾਂ ਨੂੰ ਮਹਿੰਗੇ ਭਾੜੇ ਦੇ ਉੱਤੇ ਜ਼ਮੀਨਾਂ ਠੇਕੇ ਤੇ ਦਿੰਦੇ ਆ, ਤੇ ਉਹ ਵਿਚਾਰਾ ਗਰੀਬ ਕਿਸਾਨ ਫਿਰ ਫਾਹਾ ਲੈ ਕੇ ਮਰਦਾ ਆ। ਸਾਨੂੰ ਬਹੁਤ ਦੁੱਖ ਹੁੰਦਾ ਆ। ਸੋ ਜੱਟ ਸ਼ਬਦ ਅਸੀਂ ਘੜਮ ਚੌਧਰੀਆਂ ਵੀ ਵਰਤਦੇ ਆ। ਇਸ ਕਰਕੇ ਸਾਰੇ ਲੋਕ ਆਪਣੇ ਆਪ ਨੂੰ ਇਸ ਸ਼ਬਦ ਤੋਂ ਗੁਰੇਜ਼ ਕਰੋ, ਕਿਉਂਕਿ ਜਦੋਂ ਅਸੀਂ ਜੱਟ ਸ਼ਬਦ ਵਰਤਦੇ ਆ, ਅਸੀਂ ਸਿੱਧਾ ਸਿੱਖੀ ਸਿਧਾਂਤਾਂ ਤੋਂ, ਸਿੱਖੀ ਫਲਸਫੇ ਤੋਂ ਦੂਰ ਹੋ ਜਾਂਦੇ ਆ। ਕਿਉਂਕਿ ਸਿੱਖ ਦੀ ਕੋਈ ਜਾਤ ਨਹੀਂ, ਤੇ ਜਿਹੜਾ ਬੰਦਾ ਸਿਰ ਤੇ ਪੱਗ ਬੰਨ੍ਹ ਕੇ ਖੁਦ ਨੂੰ ਜੱਟ ਹੋਣ ਦਾ ਮਾਣ ਕਰੇ ਤੇ ਉਹ ਆਪਣੇ ਆਪ ਨੂੰ, ਫਿਰ ਇਹਦਾ ਮਤਲਬ ਆ ਵੀ ਜ਼ਮੀਨੀ ਟੱਟੂ ਹੋਣ ਦਾ ਤੇ ਮਾਣ ਕਰ ਰਿਹਾ, ਉਹ ਸਿੱਖ ਹੋਣ ਦਾ ਮਾਣ ਨਹੀਂ ਕਰਦਾ। ਔਰ ਸਿੱਖੀ ਜਿਹੜੀ ਆ, ਉਹਦੀ ਮਿਆਨ ਦੇ ਵਿੱਚ ਇੱਕੋ ਹੀ ਕਿਰਪਾਨ ਪੈ ਸਕਦੀ ਆ।
ਇੱਕ ਮਿਆਨ ਦੇ ਵਿੱਚ ਦੋ ਕਿਰਪਾਨਾਂ ਨਹੀਂ ਪੈ ਸਕਦੀਆਂ। ਸਿੱਖੀ ਇੱਕ ਨਿਰਾਲਾ ਪੰਥ ਆ ਜੋ ਬਰਾਬਰਤਾ ਦੀ ਵੰਡ ਕੇ ਛਕੋ, ਕਿਰਤ ਕਰੋ ਤੇ ਨਾਮ ਜਪੋ ਦਾ ਸਾਨੂੰ ਹੋਕਾ ਦਿੰਦੀ ਆ। ਤੇ ਅਸੀਂ ਜਦੋਂ ਜਾਤ ਦੀ ਗੱਲ ਕਰਦੇ ਆ ਤੇ ਜਾਤ ਦਾ ਹੰਕਾਰ ਕਰਦੇ ਆ, ਉੱਥੇ ਅਸੀਂ ਕਿਤੇ ਨਾ ਕਿਤੇ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਜਾਂਦੇ ਆ। ਸੋ ਸਾਨੂੰ, ਅਸੀਂ ਕਿਸਾਨਾਂ ਨੂੰ ਪਿਆਰ ਕਰਦੇ ਆ, ਜ਼ਿਮੀਂਦਾਰਾਂ ਨੂੰ ਪਿਆਰ ਕਰਦੇ ਆ, ਜਿਹੜੇ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਦੇ ਆ, ਸਿੱਖੀ ਸਿਧਾਂਤਾਂ ਦੇ ਉੱਤੇ ਚੱਲਦੇ ਆ। ਫਿਰ ਚਲੋ ਡਾਕਟਰ ਸਾਹਿਬ, ਇੱਥੇ ਜਿਹੜਾ ਜੱਟ ਦਾ ਸ਼ਬਦਿਕ ਅਰਥ ਆ ਉਹ ਵੀ ਐਕਸਪਲੇਨ ਕਰ ਦਿਓ ਜੀ। ਜੱਟ ਜੋ ਸ਼ਬਦ ਹੈ ਉਸ ਦਾ ਮੈਂ ਹੁਣੇ ਪਹਿਲਾਂ ਦੱਸ ਕੇ ਹਟਿਆ, ਵਿਪਰਵਾਦੀ ਸੋਚ ਜਿਹੜੀ ਹੈ ਉਹ ਇਨਸਾਨ ਨੂੰ ਜਾਤਾਂ 'ਚ ਵੰਡ ਕੇ ਨੀਵਾਂ ਦਰਸਾਉਂਦੀ ਹੈ। ਜੱਟ, ਜਦੋਂ ਕਿਸਾਨ ਜਿਹੜੇ ਸੀਗੇ, ਜਿਹੜੇ ਮੌਜੂਦਾ ਕਿਸਾਨ ਨੇ, ਇਹ ਪਹਿਲਾਂ ਪਸ਼ੂ ਪਾਲਕ ਸੀਗੇ। ਹਾਂਜੀ। ਫਿਰ ਇਹਨਾਂ ਕੋਲ ਜ਼ਮੀਨਾਂ ਨਹੀਂ ਸੀ, ਜ਼ਮੀਨਾਂ ਉੱਚ ਵਰਗ ਦੇ ਰਜਵਾੜੇ, ਸ਼ਾਹੂਕਾਰ ਸਿਸਟਮ ਸੀ। ਇੱਕ ਬਹੁਤ ਵਾਇਰਲ ਫਿਲਮ ਹੋਈ ਸੀਗੀ ਉਸ ਜ਼ਮਾਨੇ 'ਚ ਜਦੋਂ ਇੰਟਰਨੈਟ ਨਹੀਂ ਸੀਗਾ, ਚੰਨ ਪਰਦੇਸੀ, ਆਪ ਨੇ ਸਾਰਿਆਂ ਨੇ ਦੇਖੀ ਹੋਗੀ। ਉਹ ਅਲੱਗ-ਅਲੱਗ ਭਾਸ਼ਾ 'ਚ ਫੋਰਨ ਕੰਟਰੀਆਂ 'ਚ ਵੀ ਦਿਖਾਈ ਗਈ ਸੀ, ਨੈਸ਼ਨਲ ਅਵਾਰਡੀ ਆ। ਉਸ ਫਿਲਮ ਨੂੰ ਤੁਸੀਂ ਜਦੋਂ ਦੇਖ ਲੋਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਸਾਨ ਦੀ ਹਾਲਾਤ ਕੀ ਆ। ਜਿਹੜੇ ਰਜਵਾੜੇ ਲੋਕ ਹੁੰਦੇ ਸੀ ਉਹ ਜ਼ਮੀਨ ਬੱਟੇ ਤੇ ਜਦੋਂ ਦਿੰਦੇ ਸੀ ਤੇ ਉਹਦੀ ਧੀ ਭੈਣ ਦੇ ਉੱਤੇ ਅੱਖ ਰੱਖਦੇ ਸੀ। ਔਰ ਉਹ ਫਿਲਮ ਦੇ ਵਿੱਚ ਉਹੀ ਕੁਝ ਦਿਖਾਇਆ ਗਿਆ। ਜਿਹੜਾ ਰਾਜ ਬੱਬਰ ਹੈ ਉਹ ਲਾਲੀ ਹੁੰਦਾ ਤੇ ਉਹ ਕਿਸ ਤਰੀਕੇ ਦੇ ਨਾਲ ਇੱਕ ਕਿਸਾਨ ਜਦੋਂ ਜ਼ਮੀਨ ਲੈਣ ਜਾਂਦਾ ਹੈ ਤੇ ਉਹਦੀ ਵਾਈਫ ਦੇ ਉੱਤੇ ਬੁਰੀ ਨਜ਼ਰ ਰੱਖਦਾ ਆ ਰਜਵਾੜਾ ਤੇ ਉਹਦਾ ਰੇਪ ਕਰਦਾ ਆ। ਉਸ ਰੇਪ ਤੋਂ ਬਾਅਦ ਉਹ ਰਾਜ ਬੱਬਰ ਯਾਨੀ ਲਾਲੀ ਦਾ ਜਨਮ ਹੁੰਦਾ ਆ। ਤੇ ਉਹ ਫਿਲਮ ਦੇ ਵਿੱਚ ਇਹੀ ਕੁਝ ਦਿਖਾਇਆ ਗਿਆ। ਤੇ ਜਿਹੜਾ ਇਹ ਜਿਹੜੇ ਉੱਚ ਰਜਵਾੜੇ ਲੋਕ ਹੁੰਦੇ ਸੀ, ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਅਮੀਰ ਆ ਉਹ ਗਰੀਬ ਨੂੰ ਹਮੇਸ਼ਾ ਟਿੱਚਰ ਟੌਂਚ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਤੇ ਜੋ ਰਜਵਾੜੇ ਲੋਕ ਸੀ, ਜੋ ਜ਼ਮੀਨਾਂ ਦੇ ਮਾਲਕਾਨਾ ਜਿਨ੍ਹਾਂ ਕੋਲ ਅਧਿਕਾਰ ਸੀ, ਕਿਉਂਕਿ ਆਮ ਸ਼ੂਦਰ ਨੂੰ ਜ਼ਮੀਨ ਰੱਖਣ ਦਾ ਹੱਕ ਨਹੀਂ ਸੀ। ਬਿਲਕੁਲ ਜੀ, ਠੀਕ ਹੈ ਜੀ। ਸੋ ਇਹਨਾਂ ਨੂੰ ਜਦੋਂ ਉਹ ਬੁਲਾਉਂਦੇ ਸੀ ਤੇ ਉਹ ਜ਼ਮੀਨੀ ਟੱਟੂ ਨਹੀਂ ਕਹਿੰਦੇ ਸੀ, ਉਹ ਜੱਟ ਸ਼ਬਦ ਵਰਤਦੇ ਸੀ। ਜ਼ਮੀਨੀ ਤੋਂ ਸ਼ਬਦ ਜੱਜਾ ਤੇ ਟੱਟੂ ਤੋਂ ਸ਼ਬਦ ਟੈਂਕਾ ਤੋਂ ਉੱਤੇ ਅਧਿਕ ਲੈ ਕੇ ਜੱਟ ਸ਼ਬਦ ਉੱਥੋਂ ਬਣਿਆ। ਸੋ ਜਦੋਂ ਸਾਨੂੰ ਗੁਰੂ ਕਲਗੀਧਰ ਪਿਤਾ ਨੇ ਸ਼ੂਦਰ ਤੋਂ ਖਾਲਸੇ ਬਣਾ ਦਿੱਤਾ, ਅਸੀਂ ਸਿੰਘ ਸ਼ੇਰ ਹੋਣ ਦਾ ਮਾਣ ਕਰੀਏ, ਅਸੀਂ ਫਿਰ ਜੱਟ ਹੋਣ ਦਾ ਮਾਣ ਕਾਹਨੂੰ ਕਰਦੇ ਆ? ਫਿਰ ਜਦੋਂ ਕਿਸਾਨੀ ਸੰਘਰਸ਼ ਲੜਨਾ ਸੀ ਉਦੋਂ ਫਿਰ ਅਸੀਂ ਇਸ ਸ਼ਬਦ ਨੂੰ ਕਿਉਂ ਲੁਕਾ ਲੈਂਦੇ ਆ? ਉਦੋਂ ਅਸੀਂ ਸ਼ੈਲਟਰ ਲੈ ਲੈਂਦੇ ਆ ਕਿਸਾਨੀ ਦਾ, ਜ਼ਿਮੀਂਦਾਰੀ ਦਾ, ਸਿੱਖੀ ਦਾ। ਤੇ ਜਦੋਂ ਅਸੀਂ ਕਿਸੇ ਨੂੰ ਗਾਲ ਕੱਢਦੇ ਆ ਉਦੋਂ ਜੱਟ ਬਣ ਜਾਂਦੇ ਆ। ਜਦੋਂ ਸਾਡੇ ਜੁੱਤੀ ਫੇਰ ਦੇਵੇ ਕੋਈ ਫਿਰ ਅਸੀਂ ਸਿੱਖ ਬਣ ਜਾਂਦੇ ਆ। ਜਦੋਂ ਅਸੀਂ ਕਰਜ਼ ਲੈਣਾ ਆ ਤੇ ਦੁਨੀਆ ਤੋਂ ਹਮਦਰਦੀ ਲੈਣੀ ਆ ਉਦੋਂ ਕਿਸਾਨ ਬਣ ਜਾਂਦੇ ਆ। ਅਲੱਗ-ਅਲੱਗ ਮਾਪਦੰਡ ਨਹੀਂ ਹੋਣੇ ਚਾਹੀਦੇ, ਇੱਕੋ ਦੇ ਉੱਤੇ ਰਵੋ। ਕਿਸਾਨ ਸਿੱਖ, ਸਿੱਖ ਨਿਮਾਣਾ ਨਤਾਣਾ ਆ ਔਰ ਯੋਧਾ ਵੀ ਆ। ਤੇ ਜਿਹੜਾ ਜ਼ਿਮੀਂਦਾਰ ਆ, ਕਿਸਾਨ, ਸਿੱਖ, ਅਸੀਂ ਆਹ ਤਿੰਨ ਸ਼ਬਦਾਂ ਨੂੰ ਤਰਜੀਹ ਦਿੰਦੇ ਆ। ਜੱਟ ਸ਼ਬਦ ਨੂੰ ਅਸੀਂ ਨਹੀਂ ਮੰਨਦੇ।